ਜੋ ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਤੇਜਾ ਸਿੰਘ ਜੀ ਤੇ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਸਿੱਖੀ ਤੇ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਸਿੱਖਿਆ ਦਾ ਸੂਰਜ ਬੜੂ ਸਾਹਿਬ ਦੀ ਧਰਤੀ ਤੋਂ ਉਗਾਇਆ ਸੀ, ਉਹ ਅੱਜ ਅਕਾਲ ਅਕੈਡਮੀਆਂ ਦੇ ਰੂਪ ਵਿੱਚ ਪੰਜਾਬ ਦੇ, ਭਾਰਤ ਦੇ ਚੱਪੇ ਚੱਪੇ ਤੇ ਸਿੱਖੀ ਤੇ ਸਿੱਖਿਆ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ। ਅੱਜ ਅਸੀਂ ਖੜੇ ਹੋਏ ਹਾਂ ਅਕਾਲ ਅਕੈਡਮੀ ਮਹਿਲ ਕਲਾਂ ਵਿਖੇ। ਰਾਏਕੋਟ ਬਰਨਾਲਾ ਰੋਡ ਤੇ ਇਹ ਅਕਾਲ ਅਕੈਡਮੀ ਸਥਿਤ ਹੈ ਜੀ। ਇੱਥੇ 550 ਤੋਂ ਵੱਧ ਬੱਚਾ 50 ਪਿੰਡਾਂ ਤੋਂ ਆਉਂਦਾ ਹੈ। 12 ਤੋਂ ਵੱਧ ਬੱਸਾਂ ਨੇ ਇੱਥੇ, 30 ਤੋਂ ਵੱਧ ਸਟਾਫ ਹੈ। ਸੋ ਜਾਣਾਂਗੇ ਇਸ ਅਕਾਲ ਅਕੈਡਮੀ ਬਾਰੇ ਕਿ ਕਿੱਦਾਂ ਇਹ ਇਲਾਕੇ ਵਿੱਚ ਬੱਚਿਆਂ ਦੇ ਵਿੱਚ ਸਿੱਖੀ ਤੇ ਸਿੱਖਿਆ ਬੀਜ ਰਹੇ ਨੇ, ਸਿੱਖਿਆ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਸੋ ਆਓ ਜਾਣਦੇ ਹਾਂ ਅਕਾਲ ਅਕੈਡਮੀ ਦੇ ਕੰਮਾਂ ਬਾਰੇ। ਆਜੋ। ਸਾਡੇ ਨਾਲ ਮੌਜੂਦ ਨੇ ਅਕਾਲ ਅਕੈਡਮੀ ਮਹਿਲ ਕਲਾਂ ਦੇ ਪ੍ਰਿੰਸੀਪਲ ਮੈਮ ਬਲਵਿੰਦਰ ਕੌਰ ਚੀਮਾ ਜੀ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਤੁਹਾਡੇ ਤੋਂ ਮੈਂ ਜਿਹੜਾ ਸ਼ੁਰੂਆਤੀ ਸਵਾਲ ਆ ਉਹ ਇਹੀ ਕਰਨਾ ਚਾਹੁੰਦਾ ਕਿ ਤੁਸੀਂ ਕਦੋਂ ਤੋਂ ਅਕਾਲ ਅਕੈਡਮੀ ਜਾਂ ਕਹਿ ਲਓ ਕਲਗੀਧਰ ਟਰੱਸਟ ਬੜੂ ਸਾਹਿਬ ਨਾਲ ਜੁੜੇ ਹੋਏ ਹੋ, ਆਪਣੇ ਬਾਰੇ ਦੱਸੋ ਜੀ। ਹਾਂਜੀ ਸਰ, ਮੈਂ ਇੱਕ ਛੋਟੇ ਜਿਹੇ ਪਿੰਡ ਜਖੇਪਲ ਪਿੰਡ ਹੈ ਜਿਹੜਾ ਚੀਮਾ ਸਾਹਿਬ ਦੇ ਨੇੜੇ ਹੈ ਜੀ, ਉਸ ਤੋਂ ਬਿਲੋਂਗ ਕਰਦੀ ਹਾਂ। ਉੱਥੇ ਮੈਂ 12 ਤੱਕ ਪੜ੍ਹੀ ਸੀ ਜੀ ਜੀ। ਪਹਿਲਾਂ ਤਾਂ 10 ਤੱਕ ਹੀ ਮੈਂ ਬੜੀ ਮੁਸ਼ਕਿਲ ਨਾਲ, ਕਿਉਂਕਿ ਪਿੰਡਾਂ ਦੇ ਵਿੱਚ ਸਕੂਲ ਦਾ ਜਿਹੜਾ ਮਾਹੌਲ ਬਹੁਤ ਜ਼ਿਆਦਾ ਆਪ ਜੀ ਨੂੰ ਪਤਾ ਕਿੱਦਾਂ ਸੀਗਾ, ਅਤੇ ਮੈਂ ਸ਼ੁਰੂ ਤੋਂ ਹੀ ਮੇਰਾ ਏਮ ਸੀ ਕਿ ਮੈਂ ਐਜੂਕੇਸ਼ਨ ਵੱਲ ਅੱਗੇ ਵਧਾਂ ਜੀ। ਬਟ ਸਿਚੁਏਸ਼ਨ ਇੱਦਾਂ ਦੀਆਂ ਸੀ ਕਿ ਪਿੰਡ ਵਿੱਚ ਸਕੂਲ 10ਵੀਂ ਤੱਕ ਸੀਗਾ। ਐਨੀ ਹਾਓ ਮੈਂ +2 ਤੱਕ ਪਿੰਡ ਆਪਣੇ ਸੁਨਾਮ ਸ਼ਹਿਰ ਤੋਂ ਕੀਤੀ ਜੀ। ਤੇ ਬਟ ਉਹ ਜਿਹੜਾ ਮੇਰਾ ਪਿੰਡ ਤੋਂ ਸ਼ਹਿਰ ਦਾ ਸਫ਼ਰ ਸੀਗਾ, ਮੈਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਮੈਂ ਆਪਣੀ ਐਜੂਕੇਸ਼ਨ ਨੂੰ ਅੱਗੇ ਨਾ ਵਧਾ ਸਕੀ ਜੀ। ਤਾਂ ਫਿਰ ਮੀਨਵਾਈਲ ਚੀਮਾ ਸਾਹਿਬ ਤੋਂ ਸੰਗਤ ਜਾਂਦੀ ਸੀ ਬੜੂ ਸਾਹਿਬ ਜੀ। ਤਾਂ ਸਾਡੇ ਪਿੰਡ ਦੇ, ਸਾਡੇ ਪਰਿਵਾਰ ਵਿੱਚੋਂ ਮੇਰੇ ਪਾਪਾ ਜੀ ਅਤੇ ਮੰਮੀ ਸਾਰੇ ਜਾ ਕੇ ਵਿਜ਼ਿਟ ਕਰਕੇ ਆਏ ਜਦੋਂ ਬੜੂ ਸਾਹਿਬ ਜੀ। ਤਾਂ ਉੱਥੋਂ ਦਾ ਜਦੋਂ ਉਹਨਾਂ ਨੇ ਆ ਕੇ ਦੱਸਿਆ ਕਿ ਬੜੂ ਸਾਹਿਬ ਕਿਸ ਤਰ੍ਹਾਂ ਬੱਚੇ ਐਜੂਕੇਸ਼ਨ ਲੈ ਰਹੇ ਨੇ ਅਤੇ ਕਿਸ ਤਰ੍ਹਾਂ ਬੱਚੇ ਗੁਰਸਿੱਖੀ ਦੇ ਨਾਲ ਜੁੜ ਰਹੇ ਨੇ, ਤਾਂ ਸ਼ੁਰੂ ਤੋਂ ਹੀ ਸਾਡੇ ਮੰਮੀ ਪਾਪਾ ਦਾ ਜਿਹੜਾ ਸਾਡਾ ਘਰ ਦਾ ਜਿਹੜਾ ਮਾਹੌਲ ਸੀ ਬਹੁਤ ਹੀ ਅਧਿਆਤਮਿਕ ਸੀਗਾ। ਅਤੇ ਕਿਉਂਕਿ ਉਹ ਬੀਜ ਸੀਗਾ ਤਾਂ ਉਹ ਇੱਕ ਤਾਂਘ ਪੈ ਗਈ ਕਿ ਮੈਂ ਵੀ ਉੱਥੇ ਜਾਵਾਂ ਅਤੇ ਜਾ ਕੇ ਸਿੱਖੀ ਨਾਲ ਜੁੜੀਏ, ਅਤੇ ਦੂਸਰਾ ਐਜੂਕੇਸ਼ਨ ਦਾ ਜਿਹੜਾ ਪਰਪਸ ਸੀਗਾ ਉਹ ਫੁੱਲ ਹੋਣਾ ਸੀਗਾ। ਅਤੇ ਇਸੇ ਤਰ੍ਹਾਂ ਸਾਡਾ ਇੱਕ ਸੁਭਾਵਿਕ ਤੌਰ 'ਤੇ ਲਗਾ ਲਓ ਜਾਂ ਕੁਦਰਤੀ ਤੌਰ 'ਤੇ 1993 ਦੇ ਵਿੱਚ ਇੱਕ ਵਿਜ਼ਿਟ ਹੋਇਆ ਜੀ। ਅਤੇ ਅਸੀਂ ਸ਼ੁਰੂ ਤੋਂ ਹੀ ਪਲਾਨ ਇਹੀ ਕਰਕੇ ਗਏ ਸੀ ਕਿ ਉੱਥੇ ਜਾ ਕੇ ਕੁਛ ਬਣਨਾ ਹੈ, ਬਿਲਕੁਲ ਵਾਪਸ ਨਹੀਂ ਆਉਣਾ। ਅਤੇ ਸਾਡੇ ਪਿੰਡ ਤੋਂ ਉਸ ਟਾਈਮ ਤਕਰੀਬਨ ਅਸੀਂ 7 ਲੜਕੀਆਂ ਗਈਆਂ ਸੀ ਜੀ, ਜਿਹਨਾਂ 7 ਦੇ ਵਿੱਚੋਂ ਅਸੀਂ 5 ਨੇ ਉਸ ਨੂੰ ਕੰਪਲੀਟ ਕੀਤਾ ਸਾਰਾ ਜਿਹੜਾ ਕੋਰਸ ਸੀਗਾ ਜੀ। ਅਤੇ ਜਦੋਂ ਉੱਥੇ ਜਾ ਕੇ ਅਸੀਂ ਆਪਣੇ ਆਪ ਨੂੰ ਚੈੱਕ ਕੀਤਾ ਕਿ ਜਿਹੜਾ ਸਾਡਾ ਜੋ ਨਾ ਕਿ ਮੈਂ ਆਪਣੇ ਆਪ ਨੂੰ ਇੱਕ ਬਹੁਤ ਹੀ ਟੌਪਰ ਲੜਕੀ ਸਮਝਦੀ ਸੀ ਆਪਣੀ ਕਲਾਸ ਦੀ, ਬਿਲਕੁਲ। ਜਦੋਂ ਉੱਥੇ ਜਾ ਕੇ ਮੈਂ ਦੇਖਿਆ ਤਾਂ ਮੇਰਾ ਲੈਵਲ ਸਿਰਫ ਉੱਥੇ ਦੇ ਆਈ ਥਿੰਕ 4th 5th ਕਲਾਸ ਤੱਕ ਦੇ ਬੱਚੇ ਤੱਕ ਦਾ ਸੀਗਾ। ਮੈਂ ਜਦੋਂ ਆਪਣੇ ਆਪ ਨੂੰ ਦੇਖਿਆ ਕਿ ਵੀ ਮੈਂ ਤਾਂ ਸਮਝਦੀ ਸੀ ਬਹੁਤ ਟੌਪਰ ਆਂਗੀ ਜੀ ਜੀ। ਈਵਨ ਮੇਰੇ ਇਸ ਕਲਾਸ ਦੇ ਵਿੱਚੋਂ ਨੰਬਰ ਬਹੁਤ ਅੱਛੇ ਸੀਗੇ, A ਗ੍ਰੇਡ ਨੰਬਰ ਸੀਗੇ 10ਵੀਂ ਤੱਕ ਜੀ। +2 ਤੋਂ ਅੱਛੇ ਨੰਬਰ ਨਹੀਂ ਸੀਗੇ। ਉਦੋਂ ਤੁਸੀਂ ਕਿਹੜੀ ਕਲਾਸ 'ਚ +2 ਤੋਂ ਬਾਅਦ ਗਏ ਸੀ? +2 ਕਰ ਲਈ ਸੀ ਜੀ ਮੈਂ, +2 ਮੈਥਸ ਨਾਲ ਕੀਤੀ। ਬਟ ਉਹ ਕਿਉਂਕਿ ਟਿਊਸ਼ਨਸ ਨਹੀਂ ਕਰ ਪਾਈ, ਪਿੰਡ ਤੋਂ ਜਾਣਾ ਫਿਰ ਬੱਸ ਨਾ ਮਿਲਣੀ, ਕਈ ਵਾਰ ਬੱਸ ਸਟੈਂਡ ਤੋਂ ਰੋਕ ਕੇ ਵਾਪਸ ਆ ਜਾਣਾ। ਮਤਲਬ ਕਿਉਂਕਿ ਪਿੰਡਾਂ ਦਾ ਹਾਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮਤਲਬ ਬੱਚਾ ਸ਼ਹਿਰ ਤੋਂ ਜਾਊਗਾ ਜੀ ਪਿੰਡ ਤੱਕ, ਉੱਥੋਂ ਪਿੰਡ ਤੋਂ ਸ਼ਹਿਰ ਤੱਕ ਪਹੁੰਚਦਾ ਤਾਂ ਉਹਨੂੰ ਪਹੁੰਚਦੇ ਨੂੰ 100 ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਫਿਰ ਉਸ ਤੋਂ ਬਾਅਦ ਉਹਨੂੰ ਟਿਊਸ਼ਨ ਦੀ ਪ੍ਰੋਬਲਮ ਆ ਰਹੀ ਹੈ, ਕਿਉਂਕਿ ਇਸ ਕਲਾਸ ਦੇ ਵਿੱਚ ਟੀਚਰ ਨੇ ਜੋ ਮਾੜਾ ਮੋਟਾ ਕਰਾਇਆ ਉਹ ਵੀ ਇੰਟੈਲੀਜੈਂਟ ਬੱਚਿਆਂ ਨੂੰ ਕਰਾਇਆ, ਜਿਹੜੇ ਸਾਡੇ ਵਰਗੇ ਬੈਕ ਬੈਂਚਸ ਹੁੰਦੇ ਉਹਨਾਂ ਨੂੰ ਕੁਛ ਕਰ ਨਹੀਂ ਪਾਏ। ਤਾਂ ਉਸ ਤੋਂ ਬਾਅਦ ਮੈਨੂੰ ਬੜਾ ਮੁਸ਼ਕਿਲ ਕਿ ਵੀ ਹੁਣ ਕਿੱਦਾਂ ਕਰਿਆ। ਜਦੋਂ ਅਸੀਂ ਬੜੂ ਸਾਹਿਬ ਪਹੁੰਚੇ ਤਾਂ ਉਹ ਜਿਹੜਾ ਸਾਡਾ ਇੱਕ ਸਾਡੇ ਜ਼ਿਹਨ ਵਿੱਚ ਸੀਗਾ, ਸਾਡਾ ਐਜੂਕੇਸ਼ਨ ਦਾ ਸੁਪਨਾ ਸਾਨੂੰ ਸਾਕਾਰ ਹੁੰਦਾ ਦਿਸਿਆ, ਸਾਹਮਣੇ ਦਿਸਿਆ ਵੀ ਹਾਂ ਅਸੀਂ ਇਹ ਕਰ ਸਕਦੇ ਇੱਥੇ ਕੁਛ। ਅਤੇ ਸੈਕੰਡਲੀ ਉੱਥੇ ਜਿਹੜੀ ਇੱਕ ਸੇਫਟੀ ਸੀਗੀ ਲੜਕੀਆਂ ਦੀ, ਉਹ ਮਤਲਬ ਕਿ ਉਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ।
ਕਿ ਇੰਨੇ ਅਸੀਂ ਸਿਕਿਉਰ ਸੀਗੇ ਉੱਥੇ, ਸਾਨੂੰ ਕੋਈ ਕਿਸੇ ਇੱਕ ਦਿਨ ਵੀ ਸਾਨੂੰ ਇਹ ਨਹੀਂ ਅਹਿਸਾਸ ਹੋਇਆ ਵੀ ਅਸੀਂ ਆਪਣਾ ਘਰ ਛੱਡ ਕੇ ਇੰਨੀ ਦੂਰ ਆਏ ਹਾਂ। ਕਿੰਨੇ ਸਮੇਂ ਦਾ ਕੋਰਸ ਸੀ ਤੁਹਾਡਾ ਉੱਥੇ? ਕੋਰਸ ਤਾਂ ਜੀ 5 ਸਾਲ ਦਾ ਸੀਗਾ, ਬਟ ਮੈਂ ਉੱਥੇ 8 ਸਾਲ ਲਗਾਏ ਹੈ। ਕੀ ਬਾਤ। ਮਤਲਬ ਫਿਰ ਵੀ ਮੇਰਾ ਮਨ ਨਹੀਂ ਸੀਗਾ ਕਿ ਮੈਂ ਉੱਥੋਂ ਵਾਪਸ ਆਵਾਂ ਜੀ। ਬਟ ਸਿਚੁਏਸ਼ਨ ਇੱਦਾਂ ਦੀਆਂ ਆਈਆਂ ਕਿ ਘਰ ਨੂੰ ਮਤਲਬ ਘਰ ਦੇ ਵਿੱਚ ਕੀ ਹੋਇਆ ਕਿ ਪੇਰੈਂਟਸ ਨੂੰ ਕਹਿਣ ਲੱਗੇ ਤੁਸੀਂ ਕੁੜੀ ਗੁਰਦੁਆਰੇ ਛੱਡੀ ਹੋਈ ਹੈ, ਤੁਸੀਂ ਵਿਆਹ ਨਾ ਕਰਨਾ ਦਾ, ਤਾਂ ਫਿਰ ਮੈਨੂੰ ਉੱਥੋਂ ਆਉਣਾ ਪਿਆ। ਜੀ ਜੀ। ਤੇ ਫਿਰ ਇਹ ਟੀਚਿੰਗ ਲਾਈਨ ਤੇ ਇੱਥੋਂ ਤੱਕ ਦਾ ਸਫ਼ਰ ਜਿਹੜਾ ਬਤੌਰ ਹੁਣ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਹੋ, ਇਹ ਸਫ਼ਰ ਬਾਰੇ ਦੱਸੋ। ਉਸ ਟਾਈਮ ਜਦੋਂ ਅਸੀਂ ਉੱਥੇ ਬੜੂ ਸਾਹਿਬ ਰਹਿ ਰਹੇ ਸੀ ਤੇ ਆਪਣਾ ਡਾਕਟਰ ਮੈਡਮ ਨੇ, ਡਾਕਟਰ ਨੀਲਮ, ਡਾਕਟਰ ਵੀਰ ਜੀ, ਇਹਨਾਂ ਦੇ ਅਸੀਂ ਨਾਲ ਇੰਨਾ ਕੁ ਜ਼ਿਆਦਾ ਨੇੜੇ ਰਹੇ ਹਾਂ ਕਿ ਸਾਨੂੰ ਆਪਣੇ ਬੱਚਿਆਂ ਤਰ੍ਹਾਂ ਇਹਨਾਂ ਨੇ ਸੰਭਾਲਿਆ ਜੀ, ਬੱਚਿਆਂ ਤਰ੍ਹਾਂ ਇਹਨਾਂ ਨੇ ਗਾਈਡ ਕੀਤਾ। ਤੇ ਡਾਕਟਰ ਮੈਡਮ ਨੇ ਹਸਪੀਟਲ ਜਾਣਾ, ਉੱਥੇ ਉਹਨਾਂ ਦੇ ਆਪਰੇਸ਼ਨ ਚੱਲਣੇ ਤੇ ਸਾਨੂੰ ਨਾਲ ਬਿਠਾ ਲੈਣਾ, ਚੱਲ ਇਹ ਬੁੱਕ ਪੜ੍ਹੋ। ਮਤਲਬ ਇਹਨਾਂ ਨੇ ਸਾਨੂੰ, ਸਾਡਾ ਬੇਸ ਸੀ ਜਿਹੜਾ 3 ਸਾਲ ਤੱਕ ਸਾਡਾ ਜਿਹੜਾ ਇੰਗਲਿਸ਼ ਦਾ ਬੇਸ, ਉਹ ਉੱਤੇ ਉਹਨੂੰ ਅਪਲਿਫਟ ਕੀਤਾ ਜੀ। ਸਾਡੀ ਐਜੂਕੇਸ਼ਨ ਨੂੰ ਇੰਨਾ ਕੁ ਪੋਲਿਸ਼ ਕੀਤਾ ਕਿ ਅਸੀਂ ਕੁਝ ਅੱਗੇ ਕਰ ਸਕੀਏ। ਤਾਂ 3 ਸਾਲ ਤੱਕ ਸਾਡਾ ਉਹ ਜਿਹੜਾ ਗੈਪ ਸੀਗਾ ਉਹ ਬ੍ਰਿਜ ਹੋ ਗਿਆ। ਤਾਂ ਉਸ ਤੋਂ ਬਾਅਦ ਫਿਰ ਬਾਬਾ ਜੀ ਦਾ ਹੁਕਮ ਹੋਇਆ ਕਿ ਹੁਣ ਤੁਸੀਂ ਅੱਗੇ ਪੜ੍ਹੋ। ਤੇ ਸਾਨੂੰ ਇਹ ਸੀ ਕਿ ਵੀ ਅਸੀਂ ਤਾਂ ਕਿਤੇ ਜਾਣਾ ਨਹੀਂ ਹੈ, ਸਾਨੂੰ ਪੜ੍ਹਨ ਦੀ ਕੋਈ ਲੋੜ ਨਹੀਂ ਹੈ, ਅਸੀਂ ਤਾਂ ਸੇਵਾ ਹੀ ਕਰਨੀ ਹੈ, ਇੱਥੇ ਹੀ ਰਹਿਣਾ ਜੀ। ਤਾਂ ਬਾਬਾ ਜੀ ਕਹਿੰਦੇ ਕਿ ਨਹੀਂ ਬੇਟਾ, ਤੁਹਾਨੂੰ ਪ੍ਰਿੰਸੀਪਲਸ ਬਣਾਉਣਾ ਹੈ, ਤੁਸੀਂ ਅੱਗੇ ਪੜ੍ਹੋ। ਕਿਉਂਕਿ ਉਸ ਟਾਈਮ ਸਾਨੂੰ ਇਹ ਚੀਜ਼ ਦੀ ਸਮਝ ਨਹੀਂ ਸੀਗੀ ਕਿ ਐਜੂਕੇਸ਼ਨ ਕੀ ਅੱਗੇ ਜ਼ਰੂਰਤ ਪਊਗੀ, ਕਿਉਂਕਿ ਬਚਪਨੇ ਜੇ ਸੀ ਹਲੇ ਜੀ। ਤਾਂ ਚਲੋ ਬਾਬਾ ਜੀ ਦਾ ਹੁਕਮ ਮੰਨ ਕੇ ਫਿਰ ਮੈਂ ਉੱਥੇ ਗ੍ਰੈਜੂਏਸ਼ਨ ਕੀਤੀ, BA ਆਨਰਸ ਇਨ ਮੈਥਸ ਜੀ। ਉਹ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਨੂੰ ਐਜ਼ ਅ ਟੀਚਰ ਅਕਾਲ ਅਕੈਡਮੀ ਭਦੌੜ ਵਿਖੇ ਜੁਆਇਨ ਕਰ ਲਿਆ। ਮੈਂ 2002 'ਚ ਮੈਂ ਉੱਥੇ ਆ ਕੇ ਜੁਆਇਨ ਐਜ਼ ਅ ਟੀਚਰ ਹੋ ਗਈ ਸੀ ਜੀ। ਤਾਂ ਉੱਥੇ 10 ਸਾਲ ਮੈਂ ਐਜ਼ ਅ ਟੀਚਰ, ਫਿਰ ਕੋਆਰਡੀਨੇਟਰ, ਫਿਰ ਉੱਥੇ ਮੇਰੀ ਮੈਰਿਜ ਹੋ ਗਈ ਨੇੜੇ ਦੇ ਪਿੰਡ ਚੀਮਾ। ਅੱਛਾ। ਤੇ ਜਿਹੜੀ ਆਪਾਂ ਅਕਾਲ ਅਕੈਡਮੀ 'ਚ ਅੱਜ ਬੈਠੇ ਹੋਏ ਹਾਂ ਮਹਿਲ ਕਲਾਂ ਦੇ ਵਿੱਚ, ਇੱਥੇ ਤੁਸੀਂ ਕਦੋਂ ਆਏ ਤੇ ਇਸ ਅਕਾਲ ਅਕੈਡਮੀ ਬਾਰੇ ਵੀ ਦੱਸੋ ਵੀ ਕਿੰਨੇ ਬੱਚੇ ਨੇ, ਕੀ ਹੁੰਦਾ ਹੈਗਾ ਸਾਰਾ ਕੁਝ? ਹਾਂਜੀ। 2015 ਦੇ ਵਿੱਚ ਮੇਰੀ 2012 'ਚ ਮੈਂ ਅਕਾਲ ਅਕੈਡਮੀ ਦਿਆਲਪੁਰਾ ਮਿਰਜ਼ਾ 'ਚ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ। ਉੱਥੋਂ 4 ਸਾਲ ਬਾਅਦ ਫਿਰ ਮੇਰੀ ਟਰਾਂਸਫਰ ਇੱਥੇ ਹੋ ਗਈ ਜੀ। ਇੱਥੇ ਕੁਝ ਸਿਚੁਏਸ਼ਨ ਇੱਦਾਂ ਦੀਆਂ ਸੀਗੀਆਂ ਕਿ ਪੇਰੈਂਟਸ ਦੀ ਜੋ ਰਿਕੁਆਇਰਮੈਂਟ ਸੀ, ਤਾਂ ਮੇਰੀ ਇੱਥੇ 15 'ਚ ਜੁਆਇਨਿੰਗ ਹੋ ਗਈ ਜੀ 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 ਜੀ। ਤੇ ਅੱਜ ਇੱਥੇ ਤਕਰੀਬਨ 550 ਬੱਚਾ ਹੈ, ਜਿਹੜਾ ਤਕਰੀਬਨ 52 ਪਿੰਡਾਂ 'ਚੋਂ ਆ ਰਿਹਾ ਹੈ ਤੇ ਨੀਅਰ ਅਬਾਊਟ 35 ਕਿਲੋਮੀਟਰਸ ਅਸੀਂ ਕਵਰ ਕਰ ਰਹੇ ਹਾਂ ਜੀ ਜੀ। ਤੇ ਇੱਥੋਂ ਦੇ ਜੀ ਦੇਖੋ, ਆਪ ਜੀ ਨੂੰ ਪਤਾ ਹੀ ਹੈ ਕਿ ਅਕਾਲ ਅਕੈਡਮੀ ਦਾ ਜਿਹੜਾ ਸਾਡਾ ਇੱਕ ਯੂਨੀਕਨੈਸ ਹੈ। ਯੂਨੀਕਨੈਸ ਕੀ ਹੈ ਕਿ ਇਹਦਾ ਇੰਗਲਿਸ਼ ਮੀਡੀਅਮ ਸਕੂਲ ਹੈ। ਆਮ ਲੋਕਾਂ ਤੋਂ ਹੀ ਲੱਗਦਾ ਕਿ ਪਤਾ ਨਹੀਂ ਇਹ ਬਾਬੇ ਬਣਾ ਰਹੇ ਆ ਜੀ। ਉਹ ਦਰਅਸਲ ਜਦੋਂ ਆਪਾਂ ਦੇਖਦੇ ਨਾ ਸਾਦੇ ਬਾਣੇ ਦੇ ਵਿੱਚ ਕੇਸਕੀਆਂ ਬੰਨੀਆਂ ਹੋਈਆਂ, ਦਸਤਾਰਾਂ ਸਜਾਈਆਂ ਹੋਈਆਂ, ਮੁੰਡੇ ਕੁੜੀਆਂ ਸਾਰੇ ਇੱਕੋ ਜਿਹੇ ਲੱਗ ਰਹੇ ਨੇ, ਸੋ ਐਂ ਲੱਗਦਾ ਵੀ ਇਹ ਮਤਲਬ ਬਾਬੇ ਬਣਾ ਰਹੇ ਆ, ਜਾਂ ਕਹ ਲਓ ਵੀ ਹਨਾ। ਹਾਂਜੀ। ਤੇ ਜਦੋਂ ਇਹ ਕੁਐਸਚਨ ਕਈ ਵਾਰ ਮੇਰੇ ਕੋਲ ਆ ਜਾਂਦਾ ਤੇ ਮੈਂ ਉਹਨਾਂ ਨੂੰ ਇਹੀ ਪੁੱਛਦੀ ਹਾਂ ਵੀ ਤੁਹਾਨੂੰ ਬਾਬੇ ਦੀ ਐਕਚੁਅਲੀ ਡੈਫੀਨੇਸ਼ਨ ਹੀ ਨਹੀਂ ਪਤਾ, ਬਾਬਾ ਹੁੰਦਾ ਕੀ ਹੈ। ਬਾਬਾ ਮਤਲਬ ਸਿਰਫ ਇਕੱਲਾ ਇਹੀ ਨਹੀਂ ਕਿ ਵੀ ਪਾਠ ਹੀ ਕਰਨਾ ਇਕੱਲਾ, ਉਸਨੇ ਅੱਗੇ ਵੀ ਪ੍ਰੇਰਨਾ ਦੇਣੀ ਹੈ ਜੀ। ਜਦ ਸੰਤ ਬਾਬਾ ਆਤਰ ਸਿੰਘ ਜੀ ਦਾ ਇੱਕ ਏਮ ਸੀਗਾ ਕਿ ਇੱਕ ਇਹੋ ਜਿਹੇ ਚੱਲਦੇ ਫਿਰਦੇ ਗੁਰਦੁਆਰੇ ਬਣਾਉਣੇ ਨੇ। ਗੁਰਦੁਆਰਿਆਂ ਦੀ ਬਿਲਡਿੰਗਾਂ ਤੇ ਪੈਸੇ ਨਹੀਂ ਅਸੀਂ ਲਾਣੇ, ਅਸੀਂ ਚੱਲਦੇ ਫਿਰਦੇ ਗੁਰਦੁਆਰੇ ਬਣਾਉਣੇ ਨੇ। ਜਦ ਸਾਡਾ ਬੱਚਾ ਪੜ੍ਹ ਕੇ ਇੱਥੋਂ ਨਿਕਲੂਗਾ ਤਾਂ ਜਿੱਥੇ ਵੀ ਜਾਊਗਾ ਉਸ ਦੀ ਜ਼ੁਬਾਨ ਦੇ ਵਿੱਚ ਗੁਰੂ ਨਾਨਕ ਦਾ ਮੈਸੇਜ ਉਹਨਾਂ ਨੂੰ ਦੇਊਗਾ। ਸਾਡਾ ਇਹ ਮੋਟਿਵ ਚੱਲਦਾ ਹੈ। ਇਸ ਨੂੰ ਲੈ ਕੇ ਅਸੀਂ, ਬੱਚਾ ਸ਼ੁਰੂ ਕਰਦਾ ਨਿਤਨੇਮ ਤੋਂ ਆਪਣਾ ਦਿਨ ਤੇ ਮੈਡੀਟੇਸ਼ਨ ਕਰਦਾ ਹੈ, ਤੇ ਬੱਚੇ ਨੂੰ ਇੱਕ ਇਸ ਚੀਜ਼ ਨਾਲ ਜੋੜਿਆ ਜਾਂਦਾ ਕਿ ਵੀ ਅਸੀਂ ਇੱਕ ਗਲੋਬਲਾਈਜੇਸ਼ਨ ਦੇ ਵਿੱਚ ਹਿਊਮਨ ਬੀਇੰਗਸ ਨੂੰ ਅਸੀਂ ਦੇਖਣਾ ਕਿ ਇਹ ਨਹੀਂ ਕਿ ਇਹ ਹਿੰਦੂ ਹੈ, ਇਹ ਸਿੱਖ ਹੈ। ਇਹ ਚੀਜ਼ ਤੋਂ ਅਸੀਂ ਦੂਰ ਕਰਦੇ ਬੱਚੇ ਨੂੰ। ਇਸ ਚੀਜ਼ ਦਾ ਦੱਸਦੇ ਹਾਂ ਕਿ ਗੁਰਬਾਣੀ, ਗੁਰਸਿੱਖੀ ਕੀ ਹੈ। ਗੁਰਸਿੱਖੀ ਸਿਰਫ ਇੱਕ ਚੋਲਾ ਪਾ ਲੈਣਾ ਜਾਂ ਅੰਮ੍ਰਿਤ ਛਕ ਲੈਣਾ ਨਹੀਂ ਹੈ। ਗੁਰਸਿੱਖੀ ਦਾ ਇੱਕ ਉਹ ਪਿਓਰਿਟੀ ਹੈ ਜਿਹੜੀ ਕਿ ਇੱਕ ਇਨਸਾਨ ਨੂੰ ਇਕੁਅਲੀ ਸਮਝਣਾ, ਹਰ ਇੱਕ ਨੂੰ। ਮਾਨਸ ਕੀ ਜਾਤ ਸਭੇ ਇੱਕ ਕੇ ਪਹਿਚਾਨ ਹੋ। ਤਾਂ ਉਹ ਚੀਜ਼ ਦਾ ਇਹਨਾਂ ਨੂੰ ਇੱਕ ਲੈਸਨ ਪੜ੍ਹਾਇਆ ਜਾਂਦਾ ਜੀ। ਤੇ ਬਾਕੀ ਜਿਹੜੀ ਇਹ ਇੰਗਲਿਸ਼ ਦੀ ਐਕਸੀਲੈਂਸੀ ਆ ਉਸ ਨੂੰ ਖਿਆਲ ਰੱਖਿਆ ਜਾਂਦਾ ਹੈ, ਕਿਉਂਕਿ ਅੱਜ ਸਮੇਂ ਦੀ ਲੋੜ ਹੈ। ਸਮੇਂ ਦੀ ਲੋੜ ਆ ਜੀ। ਐਜੂਕੇਸ਼ਨ ਦੇ ਵਿੱਚ ਜੇ ਆਪਾਂ ਕਹੀਏ, ਇੰਗਲਿਸ਼ ਅੱਜ ਜਿਹੜੀ ਲੈਂਗੁਏਜ ਆ, ਹਰ ਚਾਹੇ ਮੋਬਾਈਲ 'ਚ ਦੇਖ ਲਓ, ਚਾਹੇ ਕੰਪਿਊਟਰ 'ਚ ਦੇਖ ਲਓ, ਕਿਤੇ ਵੀ ਦੇਖ ਲਓ, ਇੰਟਰਨੈਟ 'ਤੇ ਦੇਖ ਲਓ, ਇੰਗਲਿਸ਼ ਹੀ ਹੈਗੀ ਆ ਜਿਹੜੀ ਸਾਰਿਆਂ ਦੀ ਇੱਕ ਸਰਬ ਸਾਂਝੀ ਜੀ ਲੈਂਗੁਏਜ ਬਣ ਗਈ ਆ। ਸੋ ਉਹਦੇ 'ਤੇ ਜ਼ੋਰ ਦੇਣਾ ਵੀ ਬਹੁਤ ਜ਼ਰੂਰੀ ਆ। ਅਤੇ ਮੈਮ, ਮੈਂ ਇਸ ਜਿਹੜੀ ਅਕਾਲ ਅਕੈਡਮੀ ਜਿੱਥੇ ਆਪਾਂ ਬੈਠੇ ਹੋਏ ਹਾਂ ਮਹਿਲ ਕਲਾਂ, ਇਹਦੇ ਬਾਰੇ ਵੀ, ਇਹਦੇ ਇਤਿਹਾਸ ਬਾਰੇ ਵੀ ਦੱਸੋ ਵੀ ਕਦੋਂ ਸ਼ੁਰੂ ਹੋਈ, ਕਿਹੜੇ ਸੱਜਣਾਂ ਦਾ ਸਹਿਯੋਗ ਸੀ ਇਹਦੇ ਵਿੱਚ, ਕੀ ਸੀ ਇਹਦੇ ਬਾਰੇ ਸਾਨੂੰ ਦੱਸੋ ਥੋੜ੍ਹਾ। ਇੱਥੇ ਇੱਕ ਪਹਿਲਾਂ ਇੱਕ ਟਰੱਸਟ ਵੱਲੋਂ ਇੱਕ ਛੋਟਾ ਜਿਹਾ ਕਾਲਜ ਚਲਾਇਆ ਜਾ ਰਿਹਾ ਸੀਗਾ।
ਉਹ ਕਾਲਜ ਦੇ ਵਿੱਚ ਨੰਬਰ ਇੰਨੇ ਕਿ ਜ਼ਿਆਦਾ ਘਟ ਗਏ ਤੇ ਉਹ ਫਿਰ ਇੱਕ ਜਿਹੜਾ ਟਰਸਟ ਸੀਗਾ ਬਾਬਾ ਜੀ ਨੂੰ ਮਿਲੇ ਸਾਰੇ, ਸਰਦਾਰ ਕੇਵਲ ਸਿੰਘ ਜੀ ਜੋ ਕਿ ਮਹਿਲ ਕੌਰ ਤੋਂ ਬਿਲੋਂਗ ਕਰਦੇ ਸੀਗੇ, ਉਹ ਇਹਨਾਂ ਦੇ ਮੁਖੀਆ ਸੀਗੇ ਤੇ ਉਹ ਅੱਜ ਕੱਲ੍ਹ ਬਰਨਾਲਾ 'ਚ ਰਹਿ ਰਹੇ, ਉਹਨਾਂ ਦਾ ਪਰਿਵਾਰ ਜਿਹੜੇ ਉਹਨਾਂ ਦੇ ਪੋਤੇ ਪੋਤੀਆਂ ਉਹ ਰਹਿ ਰਹੇ ਨੇ। ਤੇ ਉਹ ਫਿਰ ਬਾਬਾ ਜੀ ਨੂੰ ਮਿਲ ਕੇ ਉਹਨਾਂ ਨੇ ਆਪਣਾ ਮਤਲਬ ਵਿਜ਼ਨ ਦੇਖਿਆ ਬਾਬਾ ਜੀ ਦਾ ਕਿ ਸੰਤ ਬਾਬਾ ਅਤਰ ਸਿੰਘ ਦਾ ਵਿਜ਼ਨ ਕੀ ਹੈ, ਤਾਂ ਉਹਨਾਂ ਨੇ ਆਪਣਾ ਉਹ ਸਾਰਾ ਕੁਝ ਦਾਨ ਕਰ ਦਿੱਤਾ ਇਹਨਾਂ ਨੂੰ ਕਿ ਵੀ ਇੱਥੇ ਤੁਸੀਂ ਅਕਾਲ ਅਕੈਡਮੀ ਚਲਾਓ। ਫਿਰ 2008 ਤੋਂ ਇੱਥੇ ਅਕਾਲ ਅਕੈਡਮੀ ਸਥਾਪਿਤ ਹੋ ਗਈ ਸੀ ਤੇ ਜਦ ਤੋਂ ਇਹ ਚੱਲ ਰਹੀ ਹੈ ਜੀ, ਇੱਥੇ ਬਹੁਤ ਅੱਛੀ ਚੱਲ ਰਹੀ ਹੈ। ਔਰ ਜਿੰਨੇ ਕਿ ਜੁੜੇ ਆ ਪੇਰੈਂਟਸ ਜੀ, ਤਾਂ ਉਹਨਾਂ ਦਾ ਮਤਲਬ ਕਿ ਅੱਗੋਂ ਆਉਣ ਵਾਲੇ ਆਂਢ ਗੁਆਂਢ ਦੇ ਸਾਰੇ ਬੱਚੇ ਇੱਥੇ ਆ ਰਹੇ ਨੇ ਤੇ ਬੜੇ ਸੈਟਿਸਫਾਈਡ ਨੇ, ਬੜੇ ਅੱਛੇ ਰਿਜ਼ਲਟ ਸਾਰੇ ਨੇ ਬੱਚਿਆਂ ਦੇ। ਤੇ ਲਾਸਟ ਜਿਹੜਾ ਸਾਡਾ ਹੁਣ ਰੀਸੈਂਟਲੀ ਇੱਕ 10ਵੀਂ ਕਲਾਸ ਦਾ ਰਿਜ਼ਲਟ ਪਾਸ ਆਊਟ ਹੋਏ ਬੱਚੇ 100% ਰਿਹਾ ਹੁਣ ਤੱਕ ਸਾਰੇ, ਤੇ 96 ਤੱਕ ਬੱਚੇ ਨੇ ਟੌਪ ਕੀਤਾ। ਤੇ ਮਤਲਬ ਬੱਚੇ ਖੁਦ ਇਸ ਪਹਿਲਾਂ ਸਾਡੇ ਕੋਲ 2 ਸਾਲ ਕੀ ਸੀਗੇ, ਸਿਰਫ 10ਵੀਂ ਤੱਕ ਕਲਾਸ ਚੱਲ ਰਹੀ ਸੀਗੀ ਜੀ, ਤਾਂ ਪੇਰੈਂਟਸ ਇੱਥੇ ਆ ਕੇ ਰੋ ਪਏ ਮੇਰੇ ਕੋਲੇ ਕਿ ਜੀ ਸਾਨੂੰ ਬੱਚਿਆਂ ਨੂੰ +2 ਤੱਕ ਇੱਥੇ ਹੀ ਕਰਵਾਓ ਜੀ, ਤੇ ਸਾਡੇ ਬੱਚੇ ਬਾਹਰ ਨਾ ਅਸੀਂ ਭੇਜਣ ਤੋਂ ਸਾਨੂੰ ਲੱਗਦਾ ਕਿ ਸਾਡੇ ਬੱਚੇ ਸੇਫ ਹੀ ਨਹੀਂ ਕਿਤੇ, ਅਸੀਂ ਇੱਥੇ ਹੀ ਬੱਚਿਆਂ ਨੂੰ +2 ਕਰਾਉਣੀ ਆ, ਇਸ ਤੋਂ ਕਿਤੇ ਹੋਰ ਲੈ ਕੇ ਨਹੀਂ ਜਾਣਾ। ਤੇ ਫਿਰ ਹੁਣ ਬੱਚੇ +2 ਤੱਕ ਸਾਡੇ ਇੱਥੇ ਸਕੂਲ ਹੋ ਗਿਆ ਜੀ, ਤੇ ਬੱਚੇ ਸਾਰੇ ਦੇ ਸਾਰੇ ਹੁਣ ਜਿਹੜੀ ਸਾਡੀ ਪਿਛਲੀ ਕਲਾਸ ਸੀਗੀ 39 ਬੱਚੇ ਸੀਗੇ ਜੀ, 4 ਬੱਚਿਆਂ ਨੂੰ ਕੁਛ ਕਿ ਉਹਨਾਂ ਦੀ ਫੈਮਿਲੀ ਪ੍ਰੋਬਲਮ ਕਰਕੇ ਉਹਨਾਂ ਨੂੰ ਸ਼ਿਫਟ ਹੋਣਾ ਪਿਆ, ਬਾਕੀ ਸਾਰੇ ਦੇ ਸਾਰੇ ਬੱਚੇ 35 ਦੇ 35 ਬੱਚੇ ਮੇਰੇ ਕੋਲ ਹੀ ਨੇ। ਕਿਆ ਬਾਤ ਹੈ ਜੀ। ਇਹ ਕਹਿ ਲਓ ਜੀ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਪ੍ਰਾਪਤੀ ਹੈ ਜੀ, ਇਹ ਅਕਾਲ ਅਕੈਡਮੀਆਂ ਦੇ ਉੱਤੇ ਜਿਹੜਾ ਇੰਨਾ ਯਕੀਨ ਆ ਮਾਪਿਆਂ ਦਾ ਕਿ ਬੱਚਿਆਂ ਨੂੰ ਜੇ ਪੜ੍ਹਾਉਣਾ ਤਾਂ +2 ਤੱਕ ਇੱਥੇ ਹੀ ਪੜ੍ਹਾਉਣਾ। ਰਿਕੁਐਸਟ ਕਰਦੇ ਨੇ ਬੱਚਿਆਂ ਲਈ ਮਾਂ ਪਿਓ ਆ ਕੇ ਵੀ ਤੁਸੀਂ +2 ਇੱਥੇ ਹੀ ਕਰਵਾਓ। ਸੋ ਬਹੁਤ ਵਧੀਆ ਗੱਲਾਂ ਚੱਲ ਰਹੀਆਂ ਮੈਮ ਨਾਲ। ਫਿਲਹਾਲ ਵੇਲਾ ਇੱਕ ਨਿੱਕੀ ਜਿਹੀ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਅਗਲੇਰੇ ਪਾਰ ਆਪਾਂ ਮਿਲਦੇ ਹਾਂ ਜੀ। ਆਓ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਸਾਡੇ ਨਾਲ ਮੌਜੂਦ ਨੇ ਅਕਾਲ ਅਕੈਡਮੀ ਮਹਿਲ ਕਲਾਂ ਦੇ ਪ੍ਰਿੰਸੀਪਲ ਮੈਮ ਜਿਵੇਂ ਅੱਜ ਕੱਲ੍ਹ ਵੇਖੀਏ ਸਿੱਖਿਆ ਦਾ ਜਿਹੜਾ ਕਹਿ ਲਓ ਵਪਾਰੀਕਰਨ ਹੀ ਹੋ ਗਿਆ, ਪ੍ਰਾਈਵੇਟਾਈਜੇਸ਼ਨ ਹੋ ਗਿਆ, ਪ੍ਰਾਈਵੇਟ ਸਕੂਲ, ਇੰਗਲਿਸ਼ ਮੀਡੀਅਮ ਸਕੂਲ, ਉੱਥੇ ਬੱਚਿਆਂ ਨੂੰ ਤੁਸੀਂ ਕਿਹਾ ਅੰਗਰੇਜ਼ੀ ਦੇ ਮਹੱਤਵ ਨੂੰ ਸਮਝਦੇ ਹਾਂ, ਸਾਰੇ ਸਮਝਦੇ ਹਾਂ, ਪਰ ਇੱਕ ਮਹੱਤਤਾ ਅਲੱਗ ਚੀਜ਼ ਆ, ਇੱਕ ਥੋਪਣਾ ਅਲੱਗ ਚੀਜ਼ ਹੁੰਦੀ ਆ। ਜਿਵੇਂ ਬੱਚਿਆਂ ਨੂੰ ਨਾ ਮੈਂ ਕਈ ਥਾਵਾਂ ਤੇ ਵੇਖਿਆ ਵੀ ਸਿਰਫ ਅੰਗਰੇਜ਼ੀ 'ਚ ਹੀ ਗੱਲ ਕਰਨੀ ਹੈ, ਤੁਸੀਂ ਘਰੇ ਵੀ ਅੰਗਰੇਜ਼ੀ 'ਚ ਹੀ ਮਾਂ ਪਿਓ ਨਾਲ, ਜਾਂ ਨਾ ਅੰਗਰੇਜ਼ੀ ਤਾਂ ਹਿੰਦੀ 'ਚ ਹੀ ਗੱਲ ਕਰਨੀ ਆ। ਸੋ ਤੁਸੀਂ ਇਸ ਨੂੰ ਕਿਹੜੇ ਨਜ਼ਰੀਏ ਨਾਲ ਵੇਖਦੇ ਹੋ ਤੇ ਅਕਾਲ ਅਕੈਡਮੀ ਦੇ ਵਿੱਚ ਕਿਵੇਂ ਇਹ ਚੀਜ਼ ਹੁੰਦੀ ਆ? ਹਾਂਜੀ ਸਰ, ਜਿਹੜੇ ਜਿਸ ਤਰ੍ਹਾਂ ਇਹ ਪੰਜਾਬੀ, ਹਿੰਦੀ ਤੇ ਇੰਗਲਿਸ਼ ਹੈ ਜੀ, ਇਹਨਾਂ ਤਿੰਨਾਂ ਦੀ ਅਲੱਗ-ਅਲੱਗ ਇੰਪੋਰਟੈਂਸ ਹੈ ਜੀ। ਬਿਲਕੁਲ। ਅਗਰ ਬੱਚੇ ਨੇ ਸਾਡੇ ਪੰਜਾਬ ਤੋਂ ਬਾਹਰ ਨਿਕਲਣਾ ਹੈ ਤਾਂ ਉਹਨੂੰ ਹਿੰਦੀ ਵੀ ਆਉਣੀ ਜ਼ਰੂਰੀ ਹੈ, ਤੇ ਅਗਰ ਉਸਨੇ ਇੰਡੀਆ ਤੋਂ ਬਾਹਰ ਨਿਕਲਣਾ ਤਾਂ ਉਹਨੂੰ ਇੰਗਲਿਸ਼ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ, ਬਹੁਤ ਜ਼ਿਆਦਾ ਜ਼ਰੂਰਤ ਹੈਗੀ ਜੀ। ਤਾਂ ਉਸ ਵਾਸਤੇ ਸਾਡਾ ਇਹ ਇੰਗਲਿਸ਼ ਮੀਡੀਅਮ ਸਕੂਲ ਹੈ, ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਜੀ ਬੱਚੇ ਦੀ ਮਾਂ ਬੋਲੀ ਹੈ। ਬੱਚੇ ਨੂੰ ਜਨਮ ਤੋਂ ਹੀ ਮਾਂ ਤੋਂ ਕੋਲੋਂ, ਆਪਣੇ ਪਰਿਵਾਰ ਦੇ ਕੋਲੋਂ, ਬਚਪਨ ਦੇ ਵਿੱਚ ਹੀ ਸਾਰਾ ਕੁਝ ਸਿੱਖ ਲਿਆ, ਉਹਦੇ ਕੋਲੇ ਵੋਕੈਬਲਰੀ ਵੀ ਅੱਛੀ ਹੈ ਪੰਜਾਬੀ ਦੀ, ਤੇ ਉਹ ਬੱਚਾ ਸਮਝ ਵੀ ਸਕਦਾ ਹੈ, ਬੋਲ ਵੀ ਸਕਦਾ ਹੈ। ਲਿਖਣਾ ਅਸੀਂ ਸਕੂਲ 'ਚ ਪੰਜਾਬੀ ਸਿਖਾ ਰਹੇ ਹਾਂ ਬੱਚਿਆਂ ਨੂੰ ਜੀ, ਪੂਰੀ ਮਰਿਆਦਾ ਦੇ ਨਾਲ, ਕਿਉਂਕਿ ਗੁਰਬਾਣੀ ਜਿਹੜੀ ਹੈਗੀ ਸਾਡੀ ਗੁਰਮੁਖੀ ਹੈਗੀ, ਲਿਪੀ ਦੇ ਵਿੱਚ ਹੀ ਲਿਖੀ ਗਈ ਹੈ। ਤੇ ਬੱਚੇ ਅਗਰ ਸਾਡੇ ਬੱਚਿਆਂ ਨੂੰ ਇੰਨਾ ਕੁ ਸਤਿਕਾਰ ਹੈ ਕਿ ਜੇ ਗੁਰਬਾਣੀ ਦੀ ਕੋਈ ਮਤਲਬ ਈਵਨ ਪੰਜਾਬੀ ਦੀ ਕੋਈ ਪੇਜ ਜਾਂ ਅਖਬਾਰ ਗਿਰਿਆ ਪਿਆ ਹੈ ਤਾਂ ਬੱਚਾ ਉਸ ਨੂੰ ਉਸੇ ਵੇਲੇ ਚੁੱਕ ਕੇ ਸਿਰ ਨਾਲ ਮੱਥੇ ਨਾਲ ਲਗਾ ਲਓ ਕਿ ਮੇਰੀ ਇਹ ਮਾਂ ਬੋਲੀ ਹੈ। ਕਿਆ ਬਾਤ ਹੈ ਜੀ। ਬੱਚਿਆਂ ਨੂੰ ਕਿੰਨਾ ਮਾਂ ਬੋਲੀ ਦੇ ਬਾਰੇ ਵੀ ਦੱਸਿਆ ਜਾ ਰਿਹਾ। ਜੇ ਕੋਈ ਵੈਸੇ ਵੀ ਪੇਜ ਡਿੱਗਿਆ ਪਿਆ ਨੀਚੇ ਥੱਲੇ ਤਾਂ ਉਹਨੂੰ ਚੱਕ ਕੇ ਮੱਥੇ ਨਾਲ ਲਾ ਲੈਂਦਾ ਹਨਾ, ਤਾਂ ਇਹ ਬਹੁਤ ਵਧੀਆ ਗੱਲ ਹੈ ਜੀ। ਬੱਚਾ ਝੂਠਾ ਹੱਥ ਵੀ ਨਹੀਂ ਪੰਜਾਬੀ ਨੂੰ ਲਗਾਉਂਦਾ ਜੀ, ਕਿਉਂਕਿ ਇਹ ਮਾਂ ਬੋਲੀ ਦੀ ਉਹਨਾਂ ਨੂੰ ਇੰਨੀ ਇੰਪੋਰਟੈਂਸ ਦਿੱਤੀ ਗਈ ਹੈ। ਔਰ ਅਸੀਂ ਕਦੇ ਬੱਚੇ ਨੂੰ ਇਹੀ ਨਹੀਂ ਕਹਿੰਦੇ ਵੀ ਤੁਸੀਂ ਪੰਜਾਬੀ ਨਹੀਂ ਬੋਲਣੀ ਘਰ। ਹਾਂ, ਸਕੂਲ 'ਚ ਸਾਡਾ ਕਿਉਂਕਿ ਇੰਗਲਿਸ਼ ਜਿਹੜੀ ਹੈ ਇਹ ਪ੍ਰੈਕਟਿਸ ਤੋਂ ਬਿਨਾਂ ਨਹੀਂ ਆਉਂਦੀ ਜੀ, ਤੇ ਘਰ ਵਿੱਚ ਉਹਨੂੰ ਮਾਹੌਲ ਨਹੀਂ ਮਿਲਦਾ। ਤੇ ਸਾਡਾ ਪਰਪਸ ਹੁੰਦਾ ਹੈ ਕਿ ਇਹ ਜਿਹੜੀ ਲੈਂਗੁਏਜ ਇਹਨੂੰ ਬੱਚੇ ਨੂੰ ਨਹੀਂ ਆਉਂਦੀ ਤਾਂ ਸਾਡਾ ਉਹ এনवायरमेंट ਹੀ ਇਹਨੂੰ ਇਸ ਤਰ੍ਹਾਂ ਦਾ ਕ੍ਰੀਏਟ ਕਰੀਏ ਤਾਂ ਕਿ ਬੱਚਾ ਫ੍ਰੀਲੀ ਉਸ ਕੌਨਫੀਡੈਂਸ ਨੂੰ ਗੇਨ ਕਰ ਸਕੇ ਜੀ। ਤੇ ਜੇ ਆਪਾਂ ਗੱਲ ਕਰੀਏ ਜਿਵੇਂ ਪ੍ਰਾਈਵੇਟ ਸਕੂਲਾਂ ਦੀ, ਤੇ ਮੈਂ ਅਕਾਲ ਅਕੈਡਮੀਆਂ ਨੂੰ ਕੰਪੈਰੀਜ਼ਨ ਕਰਕੇ ਵੀ ਅੰਗਰੇਜ਼ੀ ਦੇ ਮਾਧਿਅਮ ਰਾਹੀਂ ਕਰਿਆ। ਜੇ ਆਪਾਂ ਯੂਨੀਫਾਰਮ ਦੀ ਗੱਲ ਕਰੀਏ ਤਾਂ ਬੜੀ ਸਾਦਾ ਜਿਹਾ ਬਾਣਾ ਹੈਗਾ। ਸੋ ਤੇ ਉਧਰ ਬੜੇ ਕਹਿ ਲਓ ਟਾਈ ਤੇ ਬੈਲਟਾਂ ਲਾ ਕੇ ਬੜਾ ਪੂਰਾ
ਮਤਲਬ ਤਿਆਰ ਹੋ ਕੇ ਜਾਂਦੇ ਆ ਬੱਚੇ। ਸੋ ਇਹ ਸਾਰੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਹਾਂਜੀ, ਇਹ ਕਈਆਂ ਦੇ ਦਿਮਾਗ ਵਿੱਚ ਇਹ ਇੱਕ ਮਿਸ ਅੰਡਰਸਟੈਂਡਿੰਗ ਹੈ ਕਿ ਜੀ ਬੱਚਿਆਂ ਨੂੰ ਚੋਲੇ ਪਵਾਏ ਇਹਨਾਂ ਨੇ ਜੀ ਪਰ ਮੈਂ ਇਹ ਆਪ ਜੀ ਦੇ ਜਰੀਏ ਸਾਰੇ ਪੇਰੈਂਟਸ ਨੂੰ ਔਰ ਸਾਰੇ ਸਰੋਤਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਇੱਕ ਭੇਡ ਚਾਲ 'ਚ ਪੈ ਗਏ ਹਾਂ। ਅਸੀਂ ਇਨਵੈਸਟੀਗੇਟ ਨਹੀਂ ਕਰਦੇ, ਅਸੀਂ ਫਾਈਂਡ ਆਊਟ ਨਹੀਂ ਕਰਦੇ ਕਿ ਜਿਹੜਾ ਇਹ ਬੱਚੇ ਦਾ ਯੂਨੀਫਾਰਮ ਹੈ ਕਿ ਬੱਚਾ ਕੰਫਰਟੇਬਲ ਹੈ ਉਹਦੇ 'ਚ। ਸਾਡੀ ਰੇਪ ਪਜਾਮੀ ਹੈ ਜੀ, ਬੱਚਾ ਸ਼ਾਲ ਲਾਉਂਦਾ, ਜੰਪ ਮਾਰਦਾ, ਕੁਝ ਵੀ ਫਲੈਕਸੀਬਿਲਿਟੀ ਉਹਦੇ ਵਿੱਚ ਜੀ। ਅਗਰ ਬੱਚੇ ਨੇ ਦੇਖੋ ਜੀ ਬੈਲਟ ਲਗਾਈ ਹੈ, ਪੈਂਟ ਟਾਈਟ ਪਾਈ ਹੈ, ਉਹ ਕੋਈ ਵੀ ਗੇਮ ਬੱਚਾ ਕਰੂਗਾ ਤਾਂ ਉਸ ਦੀ ਬਾਡੀ ਦੇ ਸਟਰਕਚਰ ਨੂੰ ਹਾਰਮਫੁਲ ਕਰੂਗਾ ਜੀ। ਪਰ ਸਾਡੀ ਯੂਨੀਫਾਰਮ ਜਿਹੜੀ ਹੈ, ਬੱਚਾ ਚਾਹੇ ਬੈਠਾ ਹੈ, ਚਾਹੇ ਭੱਜ ਰਿਹਾ ਹੈ, ਚਾਹੇ ਖੜਾ ਹੈ, ਤਾਂ ਇੱਕਦਮ ਕੰਫਰਟੇਬਲ ਹੀ ਹੈ। ਉਹਦੀ ਮਤਲਬ ਉਹਦੀ ਜਿਹੜੀ ਬਾਡੀ ਨੂੰ, ਜਿਹੜੀ ਸਟਰਕਚਰ ਨੂੰ ਕੋਈ ਵੀ ਉਹ ਹਾਰਮ ਨਹੀਂ ਕਰੂਗੀ ਜੀ। ਮਤਲਬ ਸਾਇੰਟੀਫਿਕਲੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਚੋਲਾ, ਇਹ ਜਿਹੜਾ ਬਾਣਾ ਸੀ ਕਿਉਂ ਬਣਾਇਆ? ਜਿਹੜਾ ਵੀ ਸਿੱਖ ਇਤਿਹਾਸ ਦਾ ਕੋਈ ਵੀ ਪਹਿਲੂ ਲੈ ਲਓ, ਚਾਹੇ ਉਹ ਕੜਾ ਹੈ, ਚਾਹੇ ਉਹ ਕਿਰਪਾਨ ਹੈ, ਚਾਹੇ ਉਹ ਕਛਹਿਰਾ ਹੈ, ਚਾਹੇ ਬਾਣਾ ਹੈ, ਕੁਝ ਵੀ ਹੈ, ਉਹਦਾ ਕੋਈ ਸਾਇੰਟੀਫਿਕ ਰੀਜ਼ਨ ਹੈ ਜੀ। ਕੋਈ ਅਸੀਂ ਇਹ ਤਾਂ ਨਹੀਂ ਹੈਗਾ ਕਿ ਵੀ ਮਤਲਬ ਕਿ ਉਦਾਂ ਹੀ ਉਹਨੂੰ ਅਪਣਾ ਲਿਆ। ਹਰ ਇੱਕ ਚੀਜ਼ ਦਾ ਕੋਈ ਰੀਜ਼ਨ ਹੈ, ਪਰ ਜਦੋਂ ਤੱਕ ਸਾਨੂੰ ਰੀਜ਼ਨ ਨਹੀਂ ਪਤਾ ਫਿਰ ਅਸੀਂ ਸੋਚਦੇ ਹਾਂ ਜੀ ਇਹ ਤਾਂ ਇੱਕ ਬਾਬੇ ਬਣਾ ਰਹੇ ਆ। ਅੱਛਾ, ਮੈਂ ਇੱਕ ਬਾਬੇ ਦੀ ਸਾਨੂੰ ਇੱਕ ਪਰਿਭਾਸ਼ਾ ਵੀ ਨਹੀਂ ਪਤਾ ਕਿ ਬਾਬਾ ਹੁੰਦਾ ਕੀ ਹੈ। ਬਾਬਾ ਇਨ ਦੀ ਸੈਂਸ ਉਹਦੀ ਪਿਓਰਿਟੀ ਹੋਣੀ ਚਾਹੀਦੀ ਹੈ, ਪਿਓਰਿਟੀ ਇਨ ਥਾਟਸ, ਹੈ ਨਾ ਜੀ। ਸੋ ਸਾਡਾ ਪਰਪਸ ਇਹੀ ਹੈ ਕਿ ਅਸੀਂ ਇੱਕ ਇਹੋ ਜਿਹੇ ਬਾਬੇ ਬਣਾਉਣੇ ਆ ਕਿ ਜਿਹਦੇ ਨਾਲ ਬਾਬਿਆਂ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਪਤਾ ਲੱਗ ਜਾਏ ਕਿ ਬਾਬਾ ਹੁੰਦਾ ਕੀ ਹੈ ਜੀ। ਅੱਛਾ, ਇੱਕ ਗੱਲ ਹੋਰ ਮੈਮ ਦੇਖੀਏ ਤਾਂ ਸਾਰਿਆਂ ਦੇ ਦਸਤਾਰਾਂ, ਕੇਸਕੀਆਂ ਬੰਨੇ ਆ, ਮੁੰਡੇ ਕੁੜੀਆਂ ਦੇ ਵਿੱਚ ਕੋਈ ਅੰਤਰ ਨਹੀਂ ਲੱਗਦਾ। ਹਾਂਜੀ, ਉਹ ਲੜਕੀਆਂ ਨੂੰ ਕੌਨਫੀਡੈਂਸ ਹੁੰਦਾ ਕਿਉਂਕਿ ਉਹਦੇ 'ਚ ਇਕੁਐਲਿਟੀ ਆ ਗਈ ਜੀ। ਨਹੀਂ ਤਾਂ ਅਦਰਵਾਈਜ਼ ਤਾਂ ਕਈ ਵਿਚਾਰੀਆਂ, ਕਈ ਸਕੂਲਾਂ ਦੇ ਵਿੱਚ ਲੜਕੀਆਂ ਨੇ ਸਕਰਟਾਂ ਪਾਈਆਂ ਤਾਂ ਉਹ ਵਿਚਾਰੀਆਂ ਨੂੰ ਆਪਣੇ ਕੋਈ ਵੀ ਐਕਟੀਵਿਟੀ ਕਰਨ ਤੋਂ ਉਹਨਾਂ ਜਦੋਂ ਅੱਧੀਆਂ ਦਾ ਉਹਦੇ ਟੰਗਾਂ ਵਿਚਾਰੀ ਦੇ ਅਨਕਵਰਡ ਨੇ ਗੀਆਂ ਤਾਂ ਉਹ ਕੋਈ ਵੀ ਐਕਟੀਵਿਟੀ ਕਰਨ ਤੋਂ ਬੱਚੇ ਝਿਜਕਦੇ ਨੇ, ਬੱਚਿਆਂ 'ਚੋਂ ਕੌਨਫੀਡੈਂਸ ਨਹੀਂ ਆਉਂਦਾ। ਹੁਣ ਸਾਡੇ ਵੀ ਲੜਕੀਆਂ ਨੇ, ਉਹ ਦੇ ਆਰ ਫ੍ਰੀ ਟੂ ਮੂਵ ਐਨੀਵੇਅਰ, ਹੈ ਨਾ, ਦੇ ਹੈਵ ਦ ਕੌਨਫੀਡੈਂਸ। ਅਗਰ ਉਹਨਾਂ ਵਿੱਚ ਕੌਨਫੀਡੈਂਸ ਹੈ ਤਾਂ ਉਹ ਐਜੂਕੇਸ਼ਨ ਜ਼ਰੂਰ ਬਹੁਤ ਅੱਗੇ ਲੈ ਕੇ ਜਾਣਗੀਆਂ। ਔਰ ਸਾਡੇ ਸਕੂਲ ਦੇ ਵਿੱਚ ਲੜਕੀਆਂ ਦੀ ਰੇਸ਼ੋ ਜਿਹੜੀ ਹੈ ਲੜਕਿਆਂ ਨਾਲੋਂ ਜ਼ਿਆਦਾ ਹੈ ਕਿਉਂਕਿ ਪੇਰੈਂਟਸ ਨੂੰ ਵੀ ਪਤਾ ਕਿ ਸਾਡੀਆਂ ਲੜਕੀਆਂ ਇੱਥੇ ਸੇਫ ਨੇ। ਇੱਕ এনवायरमेंट ਜਿਹੜਾ ਹੈਗਾ ਇੰਨਾ ਕੁ ਪੋਜ਼ਿਟਿਵ ਹੈਗਾ ਬੱਚੇ ਕੋਲੇ, ਤੇ ਲੜਕੇ ਲੜਕੀਆਂ ਦੇ ਵਿੱਚ ਜਿਹੜੀ ਇੱਕ ਅੱਜ ਸਾਡਾ ਜਿਹੜਾ ਸਮਾਜ ਜਿਹੜਾ ਬਹੁਤ ਇੱਕ ਭਿਆਨਕ ਸਮੇਂ ਚੋਂ ਗੁਜ਼ਰ ਰਿਹਾ ਹੈ ਕਿਉਂਕਿ ਕਰੋਨਾ ਟਾਈਮ ਦੇ ਵਿੱਚ ਕੀ ਹੋਇਆ, ਬੱਚਿਆਂ ਨੂੰ ਕਰੋਨਾ ਤੋਂ ਤਾਂ ਅਸੀਂ ਬਚਾ ਲਿਆ ਪਰ ਜਿਹੜੀ ਮੋਬਾਈਲ ਦੀ ਬਿਮਾਰੀ ਹੈ ਉਹ ਬਹੁਤ ਜ਼ਿਆਦਾ ਲੱਗ ਚੁੱਕੀ ਹੈ ਤੇ ਉਸ ਦੇ ਨਾਲ ਬੱਚਿਆਂ ਦੇ, ਕਿਉਂਕਿ ਜੀ ਬੱਚਾ ਜਿਹੜੀ ਚੀਜ਼ ਨਹੀਂ ਦੇਖਣੀ ਉਹ ਦੇਖ ਰਿਹਾ ਹੈ, ਉਹਨਾਂ ਦੇ ਏਜ ਤੋਂ ਉਹ 4 ਸਾਲ ਅੱਗੇ ਚੱਲ ਰਹੇ ਨੇ, ਤਾਂ ਉਸ ਦੇ ਨਾਲ ਇਹ ਲੜਕੇ ਲੜਕੀਆਂ 'ਚ ਵੀ ਪ੍ਰੋਬਲਮ ਆਉਣੀਆਂ ਨੇ ਜੀ। ਤਾਂ ਇੱਥੇ ਸਾਡੇ ਕੋਲੇ ਇੱਕ ਇੰਨਾ ਕੁ ਹੈਗਾ ਪੇਰੈਂਟਸ ਦੇ, ਅਸੀਂ ਲਾਸਟ ਮੀਟਿੰਗ ਇਹੀ ਕਰ ਰਹੇ ਹਾਂ ਪੇਰੈਂਟਸ ਨਾਲ ਕਿ ਬੱਚੇ ਕੋਲੋਂ ਮੋਬਾਈਲ ਪਕੜ ਲਓ ਜੀ। ਔਰ ਅਸੀਂ ਉਹਦੇ ਰਿਪੋਰਟਸ ਵੀ ਫੋਲੋਅਪ ਵੀ ਕਰ ਰਹੇ ਹਾਂ ਤੇ ਮਤਲਬ ਸਾਨੂੰ ਆਊਟਪੁੱਟ ਵੀ ਆ ਗਈ ਹੈ ਕਿ ਵੀ ਅਸੀਂ ਬੱਚਿਆਂ ਦਾ ਜਿਹੜਾ ਫੋਨ ਸੀ ਰਿਡਿਊਸ ਬਹੁਤ ਜ਼ਿਆਦਾ ਕਰ ਦਿੱਤਾ ਹੈ ਕਿਉਂਕਿ ਕਰੋਨਾ ਦੀ ਬਿਮਾਰੀ ਤੋਂ ਅਸੀਂ ਬਚਾ ਲਿਆ ਪਰ ਇਹ ਇੱਕ ਐਸੀ ਬਿਮਾਰੀ ਲਾ ਦਿੱਤੀ ਹੈ ਜੀ ਕਿ ਬੱਚੇ ਦੇ ਮਤਲਬ ਕਿ ਬਹੁਤ ਜ਼ਿਆਦਾ ਉਹਨਾਂ ਦਾ ਮਾਈਂਡ ਸੈਟਅਪ ਜਿਹੜਾ ਇੱਕ ਹਾਰਮੋਨ ਇੰਬੈਲੈਂਸ ਹੋ ਗਿਆ ਹੈ, ਇਹੀ ਕਹਾਂਗੀ ਮੈਂ ਜੀ। ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਮੋਬਾਈਲ ਦੀ ਵੀ ਗੱਲ ਵੀ ਕਰ ਰਹੇ ਹਾਂ ਤੇ ਨਾਲ ਨਾਲ ਤੁਸੀਂ ਕਿਹਾ ਸੀ ਵੀ ਲੜਕੀਆਂ ਦੀ ਰੇਸ਼ੋ ਲੜਕਿਆਂ ਨਾਲੋਂ ਜ਼ਿਆਦਾ। ਮੈਂ ਕਹਾਂ ਜੇ ਆਪਾਂ ਵੂਮਨ ਇੰਪਾਵਰਮੈਂਟ ਦੀ ਗੱਲ ਕਰੀਏ ਤਾਂ ਕਲਗੀਧਰ ਟਰੱਸਟ ਬੜੂ ਸਾਹਿਬ ਉਹਦੇ ਵਿੱਚ ਆਪਣਾ ਕਿਵੇਂ ਹਿੱਸਾ ਪਾ ਰਹੀ ਆ? ਲੜਕੀਆਂ ਨੂੰ ਸਿਬਲਿੰਗ ਕੰਸੈਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਮਿਲ ਰਹੀ ਹੈ ਜੀ। ਅਗਰ 3 ਲੜਕੀਆਂ ਜਾਂ 4 ਲੜਕੀਆਂ ਪੜ੍ਹ ਰਹੀਆਂ ਨੇ ਤਾਂ ਉਹ ਆਲਮੋਸਟ ਇੱਕ ਲੜਕੀ ਦੀ ਫੀਸ ਭਰ ਰਹੇ ਨੇ, ਬਾਕੀ ਫ੍ਰੀ ਪੜ੍ਹ ਰਹੀਆਂ ਨੇ ਜੀ। ਅੱਛਾ, ਲੜਕੀਆਂ ਜੇ ਮੰਨ ਲਓ 3 ਭੈਣਾਂ ਨੇ ਉਹ ਪੜ੍ਹ ਰਹੀਆਂ ਨੇ ਤਾਂ ਇੱਕ ਦੀ ਫੀਸ ਹੀ ਭਰਨੀ ਆ? ਇੱਕ ਦੀ ਮਤਲਬ ਫੁੱਲ ਫੀਸ ਹੋ ਜਾਂਦੀ, 2 ਦੀ ਆਲਮੋਸਟ ਕੰਸੈਸ਼ਨ ਟਾਈਪ ਹੀ ਹੋ ਜਾਂਦੀ ਹੈ ਜੀ। ਤਾਂ ਉਸ ਦੇ ਨਾਲ ਪੇਰੈਂਟਸ ਨੂੰ ਵੀ ਥੋੜਾ ਜਿਹਾ ਕੰਫਰਟੇਬਲ ਫੀਲ ਹੁੰਦਾ ਹੈ। ਅਦਰਵਾਈਜ਼ ਤਾਂ ਲੜਕੀਆਂ ਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਜੋ ਲੜਕਿਆਂ ਨੂੰ ਮਿਲ ਜਾਂਦੀਆਂ ਸੀ ਨਾ ਜੀ। ਤਾਂ ਇਸ ਕਰਕੇ ਸਾਡੇ ਕੋਲ ਸਟਰੈਂਥ ਬਹੁਤ ਜ਼ਿਆਦਾ ਹੈ ਲੜਕੀਆਂ ਦੀ। ਮਤਲਬ ਮੈਂ ਕੱਲ ਹੀ ਅਸੈਂਬਲੀ 'ਚ ਖੜੀ ਦੇਖ ਰਹੀ ਸੀ ਤੇ ਫਸਟ ਕਲਾਸ 'ਚ 30 ਨੀਅਰ ਅਬਾਊਟ ਸਟਰੈਂਥ ਹੈਗੀ ਤੇ ਇਹਦੇ 'ਚ 10 ਲੜਕੇ ਸੀ ਤੇ 20 ਲੜਕੀਆਂ ਸੀਗੀਆਂ। ਮੈਨੂੰ ਬੜੀ ਖੁਸ਼ੀ ਹੋਈ ਕਿ ਕੁੜੀਆਂ ਨੂੰ ਅਸੀਂ ਐਜੂਕੇਸ਼ਨ ਦੇ ਰਹੇ ਹਾਂ ਕਿਉਂਕਿ ਸਾਡਾ ਮਕਸਦ ਹੈਗਾ, ਸੰਤ ਬਾਬਾ ਇਕਬਾਲ ਸਿੰਘ ਜੀ ਵੀ ਉਹਨਾਂ ਦਾ ਵੀ ਇਹੀ ਮੋਟਿਵ ਸੀਗਾ ਕਿ ਅਗਰ ਅਸੀਂ ਇੱਕ ਲੜਕੀ ਪੜ੍ਹਾ ਦਿੱਤੀ ਤਾਂ ਅਸੀਂ 4 ਪਰਿਵਾਰ ਸੰਭਾਲਦੇ, ਉਹਦਾ ਪੇਕਾ ਵੀ, ਉਹਦਾ ਸਹੁਰਾ ਵੀ ਤੇ ਉਹਦੇ ਜਿਹੜੇ ਆਉਣ ਵਾਲੇ ਜਨਰੇਸ਼ਨਸ ਵੀ ਨੇਗੇ। ਅਸੀਂ 4 ਪਰਿਵਾਰਾਂ ਨੂੰ ਪੜ੍ਹਾ ਦਿੱਤਾ ਅਗਰ ਇੱਕ ਲੜਕੀ ਨੂੰ ਪੜ੍ਹਾਇਆ ਤਾਂ। ਇਸ ਮੋਟਿਵ ਨੂੰ ਲੈ ਕੇ ਕਿ ਅਸੀਂ ਲੜਕੀ ਨੂੰ ਜਿਹੜੀ ਐਜੂਕੇਸ਼ਨ ਹੈ ਉਹਦੇ ਵਿੱਚ ਇੰਨੀ ਕੁ ਪਾ ਦੇਣੀ ਹੈ ਕਿ ਕੱਲ੍ਹ ਨੂੰ ਉਸ ਨੂੰ ਕਿਸੇ ਦੇ ਅੱਗੇ ਹੱਥ ਅੱਡਣਾ ਨਾ ਪਵੇ।
ਕਿਆ ਬਾਤ ਹੈ ਜੀ, ਬਹੁਤ ਵਧੀਆ ਗੱਲਾਂ ਸੁਣਨ ਨੂੰ ਮਿਲ ਰਹੀਆਂ ਮੈਮ ਕੋਲੋਂ। ਫਿਲਹਾਲ ਵੇਲਾ ਇੱਕ ਨਿੱਕੀ ਜੀ ਬ੍ਰੇਕ ਦਾ ਹੋ ਗਿਆ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਸਾਡੇ ਨਾਲ ਮੌਜੂਦ ਨੇ ਮੈਮ ਅਕਾਲ ਅਕੈਡਮੀ ਮਹਿਲ ਕਲਾਂ ਦੇ ਪ੍ਰਿੰਸੀਪਲ। ਮੈਮ ਜੇ ਆਪਾਂ ਗੱਲ ਕਰੀਏ, ਵੈਸੇ ਜਿਹੜੀ ਅਕਾਲ ਅਕੈਡਮੀਆਂ ਨੇ ਜਾਂ ਜਿਹੜਾ ਬਾਬਾ ਜੀ ਦਾ ਵਿਜ਼ਨ ਸੀਗਾ ਸੰਤ ਬਾਬਾ ਅਤਰ ਸਿੰਘ ਜੀ ਦਾ, ਤੇ ਉਸ ਤੋਂ ਬਾਅਦ ਸੰਤ ਬਾਬਾ ਤੇਜਾ ਸਿੰਘ ਜੀ, ਸੰਤ ਬਾਬਾ ਇਕਬਾਲ ਸਿੰਘ ਜੀ, ਤੇ ਹੁਣ ਬਾਬਾ ਡਾਕਟਰ ਦਵਿੰਦਰ ਸਿੰਘ ਜੀ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਰਹੇ ਨੇ, ਬਹੁਤ ਵਧੀਆ ਤੁਹਾਨੂੰ ਸੇਧ ਦੇ ਰਹੇ ਨੇ। ਸੋ ਇਹ ਜਿਹੜਾ ਸਵੇਰ ਦਾ ਜਿਹੜਾ ਇੱਥੋਂ ਦਾ ਮਾਹੌਲ ਹੁੰਦਾ, ਆਭਾ ਮੰਡਲ ਹੁੰਦਾ, ਜਦੋਂ ਗੁਰਬਾਣੀ ਨਿਤਨੇਮ ਹੁੰਦਾ, ਕਿਵੇਂ ਦਾ ਮਾਹੌਲ ਹੁੰਦਾ ਇੱਥੇ? ਦੇਖੋ ਜੀ, ਬੱਚੇ ਆਉਣ ਸਾਰ ਇਹਨੂੰ ਜਿਸ ਤਰ੍ਹਾਂ ਕਿ ਗੁਰਦੁਆਰੇ ਆਉਂਦੇ ਆ ਕੇ ਪਹਿਲਾਂ ਮੱਥਾ ਟੇਕਣਾ, ਬੈਠਣਾ। ਉਹਨਾਂ ਦੇ ਕਈ ਵਾਰ ਮੈਂ ਇੱਦਾਂ ਨਹੀਂ ਕਰ ਪਾਉਂਦੀ ਕਿ ਮੈਂ ਆ ਕੇ ਮੱਥਾ ਟੇਕਾਂ, ਆ ਕੇ ਉਹਨਾਂ ਨੇ ਮੱਥਾ ਟੇਕ ਕੇ ਕਲਾਸ ਸਕੂਲ 'ਚ ਐਂਟਰ ਕਰਨਾ ਹੈ, ਆਉਣ ਸਾਰ ਆਪਣੇ ਬੈਗ ਰੱਖਣੇ ਹੈ। ਔਰ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਬਾਹਰ, ਜੀ ਉਹਨਾਂ ਨੇ ਗੇਟ ਤੇ ਐਂਟਰ ਕਰਦਿਆਂ ਹੀ ਸਕੂਲ ਦੇ ਇੱਦਾਂ ਹੀ ਉਹਨਾਂ ਨੇ ਆਪਣਾ ਉਹਨਾਂ ਨੂੰ ਮੱਥਾ ਟੇਕਣਾ ਕਿ ਅਸੀਂ ਗੁਰਦੁਆਰੇ 'ਚ ਆ ਗਏ ਹਾਂ। ਜਿਵੇਂ ਗੁਰਦੁਆਰਾ ਸਾਹਿਬ ਵਿੱਚ ਆਪਾਂ ਦਾਖਲ ਹੁੰਦੇ ਆ ਨਾ, ਬੱਚੇ ਵੀ ਉਸੇ ਭਾਵਨਾ ਦੇ ਨਾਲ ਅਕਾਲ ਅਕੈਡਮੀ ਦੀਆਂ ਕਹਿ ਲਓ ਵੀ ਗੇਟ ਤੋਂ, ਡਿਊਟੀ ਤੋਂ ਅੰਦਰ ਦਾਖਲ ਹੁੰਦੇ ਨੇ, ਮੱਥਾ ਟੇਕ ਕੇ ਮਿੱਟੀ ਨੂੰ ਸਪਰਸ਼ ਕਰਕੇ ਮੱਥੇ ਨਾਲ ਹੱਥ ਲਾਉਂਦੇ ਨੇ। ਬਹੁਤ ਵਧੀਆ ਗੱਲ ਹੈ ਜੀ। ਤੇ ਉਸ ਤੋਂ ਬਾਅਦ ਬੱਚਿਆਂ ਨੂੰ ਜਲਦੀ ਹੁੰਦੇ ਕਿ ਅਸੀਂ ਆਪਣੀ ਆਪਣੀ ਜਗ੍ਹਾ ਤੇ ਜਾ ਕੇ, ਜਿਵੇਂ ਕਲਾਸ ਵਾਈਜ਼ ਉਹਨਾਂ ਦੀ ਜਗ੍ਹਾ ਮਿਲੀ ਹੋਈ ਹੈ, ਜਾ ਕੇ ਉਹਨਾਂ ਆਪਣੇ ਨਿਤਨੇਮ 'ਚ ਬੈਠ ਜਾਣਾ। ਤੇ ਪੰਜੋਂ ਬਾਣੀਆਂ ਦਾ ਨਿਤਨੇਮ ਹੋਣਾ ਜੀ। 5th ਔਨਵਰਡ ਪੰਜੋਂ ਬਾਣੀਆਂ ਕੰਪਲੀਟ ਕਰਨੀਆਂ ਬੱਚਿਆਂ ਨੇ। ਤੇ ਜਿਹੜੇ ਛੋਟੇ ਬੱਚੇ ਆ, ਜਿਸ ਤਰ੍ਹਾਂ ਨਰਸਰੀ ਕਲਾਸ ਦਾ, ਉਹਨੂੰ ਪਹਿਲੀ ਪੌੜੀ ਦਾ, ਫਿਰ ਦੂਸਰੀ ਪੌੜੀ ਦਾ ਕਰਦੇ ਕਰਦੇ ਪਹਿਲੀ 10 ਪੌੜੀਆਂ ਕਰ ਲੈਂਦੇ ਆ ਤੇ ਚੌਪਈ ਸਾਹਿਬ ਦਾ ਪਾਠ ਕਰ ਲੈਂਦੇ ਆ। ਤੇ ਇਸ ਤਰ੍ਹਾਂ ਕਰਦੇ ਕਰਦੇ ਬੱਚੇ ਜੀ ਸਵੇਰੇ ਨਿਤਨੇਮ ਕਰਦੇ ਆ। ਫਿਰ 10 ਮਿੰਟ ਉਹਨਾਂ ਨੂੰ ਮੈਡੀਟੇਸ਼ਨ ਟਾਈਪ ਉਹਨਾਂ ਨੂੰ ਬਿਠਾਇਆ ਜਾਂਦਾ ਜੀ, ਜਿਸ ਤਰ੍ਹਾਂ ਸਵਾਸ ਦੇ ਨਾਲ ਉਹਨਾਂ ਨੇ ਸਿਮਰਨ ਕਰਨਾ ਹੈ ਜੀ। ਕਿਉਂਕਿ ਜਦੋਂ ਬੱਚੇ ਨੇ ਦੇਖੋ ਜੀ ਐਜੂਕੇਸ਼ਨ ਲੈਣੀ ਹੈ ਤਾਂ ਜਿਹੜਾ ਸਾਡਾ ਮਾਈਂਡ ਹੈ ਉਹਨੂੰ ਅਸੀਂ ਪੀਸਫੁਲ ਕਰਨਾ ਹੈ ਜੀ। ਤਾਂ ਉਹਨੂੰ ਪੀਸਫੁਲ ਕਰਨ ਵਾਸਤੇ ਸਾਡੇ ਕੋਲ ਕੋਈ ਐਸੀ ਮੈਡੀਸਨ ਨਹੀਂ ਹੈ, ਉਹ ਸਿਰਫ ਇੱਕ ਗੁਰਬਾਣੀ ਹੀ ਹੈ। ਜਦੋਂ ਬੱਚਾ ਗੁਰਬਾਣੀ ਪੜ੍ਹ ਰਿਹਾ ਔਰ ਪੜ੍ਹ ਹਟਿਆ ਹੈ ਤਾਂ ਦੇ ਫੀਲ ਚਾਰਜਡ ਕਿ ਸਾਡੀ ਜਿਹੜੀ ਬੈਟਰੀ ਉਹ ਚਾਰਜ ਹੋ ਚੁੱਕੀ ਹੈ ਜੀ। ਫਿਰ ਦੇ ਆਰ ਰੈਡੀ ਟੂ ਗੈਟ ਦਾ ਐਜੂਕੇਸ਼ਨ ਵਾਟ ਦੇ ਵਾਂਟ। ਫਿਰ ਉਹਨਾਂ ਦਾ ਆਪਣਾ ਸਕੂਲ ਟਾਈਮ ਸ਼ੁਰੂ ਹੋ ਜਾਂਦਾ ਹੈ, ਆਪਣੇ ਪੀਰੀਅਡ ਸ਼ੁਰੂ ਹੋ ਜਾਂਦੇ ਆ। ਕੋਈ ਮਿਊਜ਼ਿਕ ਦਾ ਪੀਰੀਅਡ ਆ ਗਿਆ, ਕੋਈ ਗੇਮਸ ਦਾ ਆ ਗਿਆ, ਕੋਈ ਪੰਜਾਬੀ ਦਾ, ਕੋਈ ਡਿਵਿਨਿਟੀ ਦਾ, ਜੋ ਵੀ ਹਰ ਇੱਕ ਸਕੂਲ ਦਾ ਹੁੰਦਾ ਕਰਿਕੂਲਮ, ਉਹ ਐਜ਼ ਇਟ ਇਜ਼ ਫੋਲੋ ਕਰਦਾ। ਬਟ ਜਿਹੜੇ 40 ਮਿੰਟਸ ਨੇ, ਫਸਟ 40 ਮਿੰਟਸ, ਦੈਟ ਇਜ਼ ਡਿਫਰੈਂਟ ਫਰੋਮ ਆਲ ਅਦਰ ਸਕੂਲਸ। ਅਗਰ ਇਹ ਸਾਰੇ ਸਕੂਲ, ਆਈ ਥਿੰਕ ਦਿੱਲੀ 'ਚ ਤਾਂ ਉਹਨਾਂ ਨੇ ਹੁਣ ਸ਼ੁਰੂ ਕਰ ਦਿੱਤਾ ਹੈ। ਹਾਂਜੀ, ਦਿੱਲੀ 'ਚ ਆਮ ਆਦਮੀ ਪਾਰਟੀ ਨੇ ਫਸਟ ਪੀਰੀਅਡ ਐਜੂਕੇਸ਼ਨ ਜਿਹੜਾ ਹੈ ਸੀਗਾ ਇੱਕ ਮੈਡੀਟੇਸ਼ਨ ਦਾ ਸ਼ੁਰੂ ਕਰ ਦਿੱਤਾ ਜੀ। ਬਟ ਅਕਾਲ ਅਕੈਡਮੀ ਦੇ ਵਿੱਚ ਅਗਰ ਤੁਸੀਂ ਦੇਖੋ 129 ਅਕੈਡਮੀਆਂ ਨੇ ਜੀ ਜੀ, ਤੇ ਜਿਹੜਾ 8 ਤੋਂ 9 ਦਾ ਟਾਈਮ ਹੈ ਤਾਂ ਉਸ ਟਾਈਮ ਨੀਅਰਲੀ 60,000 ਸਟੂਡੈਂਟ ਜਿਹੜਾ ਹੈ ਨਿਤਨੇਮ 'ਚ ਜੁੜਿਆ ਹੁੰਦਾ ਜੀ। ਬਹੁਤ ਵੱਡੀ ਗੱਲ ਆ ਤੇ ਮਾਣ ਵਾਲੀ ਗੱਲ ਆ ਕਿ ਸਵੇਰੇ 8 ਤੋਂ 9 ਵਜੇ ਦਾ ਜਿਹੜਾ ਸਮਾਂ ਹੁੰਦਾ ਹੈ, ਪੂਰੇ 129 ਅਕਾਲ ਅਕੈਡਮੀਆਂ ਵਿੱਚ 60 ਤੋਂ 70 ਹਜ਼ਾਰ ਬੱਚਾ ਜਿਹੜਾ ਇੱਕੋ ਟਾਈਮ ਵਿੱਚ ਨਿਤਨੇਮ ਕਰ ਰਿਹਾ ਹੁੰਦਾ ਹੈ। ਔਰ ਈਵਨ ਐਵਰੀ ਸਟਾਫ ਮੈਂਬਰ ਤਾਂ ਸਾਨੂੰ ਟਾਈਮ ਟੂ ਟਾਈਮ ਮੇਲ, ਵੈਸੇ ਸਾਡੇ ਦੇਖੋ ਜੀ ਕੰਮ ਮੁੱਕਦੇ ਨਹੀਂ ਹੈ ਬਿਲਕੁਲ, ਤਾਂ ਉਹ ਸਾਨੂੰ ਡਾਕਟਰ ਦਵਿੰਦਰ ਵੀਰ ਜੀ ਇਹੀ ਦੱਸਦੇ ਆ, ਬਾਕੀ ਸਭ ਕੁਝ ਰਹਿ ਜਾਊ ਤਾਂ ਰਹਿ ਜਾਣ ਦਿਓ, ਬਟ ਆਹ ਸਮਾਂ ਨਹੀਂ ਰੁਕਣਾ ਚਾਹੀਦਾ। ਸਾਡਾ ਸਕੂਲ ਇੱਥੇ ਕਈ ਵਾਰ ਸੈਂਟਰ ਵੀ ਬਣ ਜਾਂਦਾ ਜੀ, ਤੇ ਸੈਂਟਰ ਜਦੋਂ ਹੁੰਦਾ ਤਾਂ ਸਾਨੂੰ ਉਹ ਵੀ ਐਕਟੀਵਿਟੀਜ਼, ਕਿਉਂਕਿ ਉਹਨੂੰ ਅਸੀਂ ਲੇਟ ਨਹੀਂ ਕਰ ਸਕਦੇ। ਫਿਰ ਸਾਡਾ ਸਕੂਲ ਪਿਛਲੇ ਸਾਲ ਕਰੋਨਾ ਤੋਂ 2 ਸਾਲ ਪਹਿਲਾਂ, 1 ਸਾਲ ਪਹਿਲਾਂ ਦੀ ਗੱਲ ਹੈ ਜੀ, ਕਿ ਸਾਨੂੰ 11 ਵਜੇ ਸਕੂਲ ਲਗਾਉਣਾ ਪਿਆ ਜੀ। ਤਾਂ ਫਿਰ ਡਾਕਟਰ ਵੀਰ ਜੀ ਦੀ ਮੇਲ ਇਹੀ ਆਈ ਕਿ ਪਹਿਲਾਂ ਨਿਤਨੇਮ ਕਰਨਾ ਹੈ 11 ਵਜੇ ਵੀ ਪਹਿਲਾਂ ਆ ਕੇ ਨਿਤਨੇਮ, ਕਿਉਂਕਿ ਜਿਹੜੀ ਸਾਡਾ ਸਿਸਟਮ ਹੈ ਜਿਹੜਾ ਅਸੀਂ ਸ਼ੁਰੂਆਤ ਕੀ ਕਰਨੀ ਹੈ ਉਹ ਨਹੀਂ ਤੋੜਨੀ। ਤਾਂ ਫਿਰ ਅਸੀਂ ਪਹਿਲਾਂ 11 ਵਜੇ ਬੱਚੇ ਆਉਂਦੇ, 11 ਤੋਂ 12 ਉਹਨਾਂ ਨੇ ਨਿਤਨੇਮ ਕਰਨਾ, 12-1 ਤੱਕ ਉਹਨਾਂ ਨੇ ਕਲਾਸਿਸ ਖਾਲੀ ਹੋ ਜਾਂਦੀਆਂ ਸੀ, ਫਿਰ ਕਲਾਸ ਸ਼ੁਰੂ ਕਰਨੀ। ਬੱਚੇ ਚਾਹੇ 1 ਘੰਟਾ ਪੜ੍ਹਨ ਪਰ ਨਿਤਨੇਮ ਨਹੀਂ ਛੱਡਣਾ। ਬਹੁਤ ਵੱਡੀ ਗੱਲ ਆ ਤੇ ਵਧੀਆ ਗੱਲ ਆ। ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵੀ, ਹਾਲਾਂਕਿ ਉੱਥੇ ਵੀ ਬੱਚੇ ਜਾਂਦੇ ਨੇ ਜਾਂ ਅਸੀਂ ਵੀ ਜਾਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਜਿਹੜਾ ਸਕੂਲ ਦੇ ਵਿੱਚ ਆ ਕੇ ਗੁਰਬਾਣੀ ਇੱਕ ਘੰਟਾ ਜਾਂ ਸਮਾਂ ਜਿਹੜਾ ਦੇਣਾ, ਤਾਂ ਉਹ ਬਹੁਤ ਵਧੀਆ ਗੱਲ ਆ। ਦਿਨ ਦੀ ਸ਼ੁਰੂਆਤ ਹੀ ਰੱਬ ਦੇ ਨਾਂ ਤੋਂ ਹੁੰਦੀ ਆ, ਗੁਰਬਾਣੀ ਤੋਂ ਹੁੰਦੀ ਆ। ਸੋ ਮੈਮ, ਇਹਦੇ ਤੋਂ ਬਿਨਾਂ ਜਿਵੇਂ ਕੋਈ ਹੋਰ, ਜਿਵੇਂ ਗੁਰਪੁਰਬ ਆਉਂਦੇ ਨੇ ਜਾਂ ਕੋਈ ਹੋਰ ਤਿਉਹਾਰ ਆਉਂਦੇ ਨੇ, ਜਾਂ ਉਹ ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਹੋ? ਕਿਵੇਂ, ਕੀ ਛੁੱਟੀ ਹੁੰਦੀ ਹੈ ਜਾਂ ਕਿੱਦਾਂ ਹੁੰਦਾ? ਅਸੀਂ ਬਹੁਤ ਘੱਟ ਛੁੱਟੀ ਕਰਦੇ ਹਾਂ ਜੀ।
ਜਿਹੜੇ ਕਿ ਮਤਲਬ ਕਿ ਬਹੁਤ ਜ਼ਿਆਦਾ ਜਿਸ ਤਰ੍ਹਾਂ ਹੋ ਗਿਆ ਗਾਂਧੀ ਜਯੰਤੀ ਹੋ ਗਈ ਵਗੈਰਾ ਵਗੈਰਾ, ਇਹ ਲਿਮਟਿਡ ਜਿਹੀਆਂ ਛੁੱਟੀਆਂ ਸਾਨੂੰ ਕਰਨੀਆਂ ਪੈਂਦੀਆਂ ਨੇ, ਕਿਉਂਕਿ ਨਹੀਂ ਫਿਰ ਸਰਕਾਰ ਤੋਂ ਡਰ ਲੱਗਦਾ ਜੀ, ਉਹ ਸਾਡੇ ਫਿਰ ਐਂਟੀ ਹੋ ਜਾਂਦੇ ਵੀ ਤੁਸੀਂ ਇਹ ਉਲਟ ਕਿਉਂ ਚੱਲਦੇ ਹੋ। ਬਟ ਸਾਡਾ ਜਿਹੜਾ ਕਲਗੀਧਰ ਟਰਸਟ ਦਾ ਇਹੀ ਮਕਸਦ ਹੁੰਦਾ ਹੈ ਕਿ ਕੋਈ ਵੀ ਛੁੱਟੀ ਆ ਗਈ ਹੈ ਉਸ ਦਿਨ ਦੀ ਬੱਚੇ ਨੂੰ ਇੰਪੋਰਟੈਂਸ ਪਤਾ ਚੱਲੇ, ਤਾਂ ਫਿਰ ਅਸੀਂ ਉਸ ਦਿਨ ਉਸ ਪਰਟੀਕੂਲਰ ਡੇ ਨੂੰ ਸੈਲੀਬ੍ਰੇਟ ਕਰਦੇ ਹਾਂ ਉਸੇ ਵਿੱਚ ਕਿ ਉਸ ਦਿਨ ਦੀ ਕਿ ਉਸ ਜੋ ਵੀ ਚਾਹੇ ਸ਼ਹੀਦ ਭਗਤ ਸਿੰਘ ਜੀ ਹੋ ਗਏ, ਚਾਹੇ ਕਰਤਾਰ ਸਿੰਘ ਸਰਾਭਾ, ਜਾਂ ਜੋ ਵੀ ਕੋਈ ਸ਼ਹੀਦੀ ਆਪਣਾ ਆਜ਼ਾਦੀ ਘੁਲਾਟੀ ਆ ਗਿਆ, ਚਾਹੇ ਗੁਰੂ ਨਾਨਕ ਦੇਵ ਜੀ, ਚਾਹੇ ਗੁਰੂ ਅੰਗਦ ਦੇਵ ਜੀ ਗੁਰਪੁਰਬ ਆ ਗਿਆ, ਉਹਨਾਂ ਦਾ ਕੋਈ ਗੁਰਗੱਦੀ ਦਿਵਸ ਹੈ ਜਾਂ ਉਹਨਾਂ ਦਾ ਸ਼ਹੀਦੀ ਗੁਰਪੁਰਬ ਹੈ, ਉਸ ਦਿਨ 'ਤੇ ਉਹਨਾਂ ਦੇ ਰਿਲੇਟਡ ਹੀ ਐਕਟੀਵਿਟੀਜ਼ ਕਰਾਈਆਂ ਜਾਂਦੀਆਂ ਨੇ, ਜਾਂ ਸਕਿੱਟ ਕਰਾਇਆ ਜਾਂਦਾ ਹੈ, ਜਾਂ ਕੋਈ ਸਪੀਚ ਕਰਾਈ ਜਾਂਦੀ ਹੈ, ਜਾਂ ਕੁਇਜ਼ਸ ਹੁੰਦੇ ਹੈ, ਤਾਂ ਕਿ ਬੱਚੇ ਨੂੰ ਉਸ ਦੀ ਨੌਲੇਜ ਵੀ ਮਿਲ ਸਕੇ। ਕਿਉਂਕਿ ਅਦਰਵਾਈਜ਼ ਅਸੀਂ ਦੱਸ ਤਾਂ ਰਹੇ ਹਾਂ, ਪਰ ਅਗਰ ਅਸੀਂ ਉਸ ਸਪੈਸੀਫਿਕ ਡੇ ਨੂੰ ਕੋਈ ਪੂਰਾ ਦਿਨ ਹੀ ਅਸੀਂ ਉਸ 'ਤੇ ਲਗਾ ਦਿੰਦੇ ਹਾਂ ਤਾਂ ਬੱਚੇ ਨੂੰ ਥੋੜ੍ਹਾ ਉਸ ਦੀ ਨੌਲੇਜ ਪਤਾ ਲੱਗ ਜਾਂਦੀ ਹੈ। ਅਦਰਵਾਈਜ਼ ਜੇ ਬੱਚੇ ਨੂੰ ਛੁੱਟੀ ਕਰ ਦਾਂਗੇ ਜੀ, ਉਹਨੇ ਸਮੇਂ ਸਿਰ ਨਾ ਉੱਠਣਾ ਹੈ, ਨਾ ਨਹਾਉਣਾ, ਨਾ ਖਾਣਾ ਹੈ, ਉਹਨੇ ਆਪਣਾ ਸਾਰਾ ਦਿਨ ਖਰਾਬ ਹੀ ਕਰ ਦੇਣਾ। ਜੀ ਬਿਲਕੁਲ ਬਿਲਕੁਲ, ਬਹੁਤ ਵਧੀਆ ਕਾਰਜ ਨੇ ਜੋ ਇਹ ਕਰਦੇ ਨੇ, ਛੁੱਟੀ ਨਹੀਂ ਕਰਦੇ। ਜਿਹੜਾ ਦਿਨ ਹੁੰਦਾ, ਜਿਹੜਾ ਤਿਉਹਾਰ ਹੁੰਦਾ, ਜਿਹੜੀ ਤਿੱਥ ਹੁੰਦੀ ਆ, ਉਹਨੂੰ ਬਕਾਇਦਾ ਬੱਚਿਆਂ ਨੂੰ ਉਹਦੇ ਇਤਿਹਾਸ ਬਾਰੇ ਦੱਸਿਆ ਜਾਂਦਾ, ਉਹਦੇ ਬਾਰੇ ਸਮਝਾਇਆ ਜਾਂਦਾ ਵੀ ਅੱਜ ਦਾ ਦਿਨ ਦੀ ਕੀ ਮਹੱਤਤਾ ਹੈਗੀ ਆ। ਛੁੱਟੀ ਕਰਕੇ ਤਾਂ ਘਰੇ ਕਹਿੰਦੇ ਦਿਨ ਖਰਾਬ ਕਰਨ ਨਾਲੋਂ ਚੰਗਾ ਤਾਂ ਸਕੂਲ ਦੇ ਵਿੱਚ ਹਾਜ਼ਰੀ ਲਵਾ ਕੇ ਉਸ ਦਿਨ ਬਾਰੇ ਜਾਣਨਾ ਬਿਹਤਰ ਹੁੰਦਾ ਹੈ। ਫਿਲਹਾਲ ਵੇਲਾ ਇੱਕ ਨਿੱਕੀ ਜਿਹੀ ਬ੍ਰੇਕ ਦਾ ਹੋ ਗਿਆ, ਬ੍ਰੇਕ ਦੇ ਅਗਲੇ ਪਾਰ ਵੀ ਗੱਲਾਂ ਬਾਤਾਂ ਕਰਾਂਗੇ ਜੀ। ਆਜੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਅਕਾਲ ਅਕੈਡਮੀ ਮਹਿਲ ਕਲਾਂ ਦੇ ਵਿੱਚ ਬੈਠੇ ਹੋਏ ਹਾਂ ਅਤੇ ਪ੍ਰਿੰਸੀਪਲ ਮੈਮ ਸਾਡੇ ਨਾਲ ਨੇ। ਮੈਮ ਜੇ ਗੱਲ ਕਰੀਏ ਆਪਾਂ ਇੱਥੋਂ ਦੀ ਅਕਾਲ ਅਕੈਡਮੀ ਦੀਆਂ ਪ੍ਰਾਪਤੀਆਂ ਬਾਰੇ, ਤਾਂ ਤੁਸੀਂ ਸਾਨੂੰ ਥੋੜ੍ਹਾ ਜਿਹਾ ਪ੍ਰਾਪਤੀਆਂ ਬਾਰੇ ਦੱਸੋ ਜੀ। ਦੇਖੋ ਜੀ, ਸਾਡੇ ਇਸ ਟਾਈਮ 3 ਬੈਚ ਨਿਕਲ ਚੁੱਕੇ ਨੇਗੇ, +2 ਬੱਚੇ ਪਾਸ ਆਊਟ ਨੇਗੇ ਜੀ, ਅਤੇ ਉਹ ਆਲਮੋਸਟ ਸਾਰੇ ਹੀ ਬੱਚੇ ਬਾਹਰ ਜਾ ਚੁੱਕੇ ਨੇ ਜੀ। ਬਟ ਇਹ ਮੈਂ ਇੱਕ ਪ੍ਰਾਪਤੀ ਕਹਿ ਲਓ ਜਾਂ ਕੁਛ ਵੀ ਕਹਿ ਲਓ, ਸਾਡੀ ਸਰਕਾਰ ਦੀ ਨਾਕਾਮਯਾਬੀ ਕਾਰਨ ਉਹਨਾਂ ਨੂੰ ਬਾਹਰ ਜਾਣਾ ਪੈ ਰਿਹਾ ਹੈ। ਬਟ ਸਾਨੂੰ ਇੱਕ ਉਮੀਦ ਹੈ ਕਿ ਇਹ ਬੱਚਿਆਂ ਦੇ ਜਿਹੜੇ ਅਸੀਂ ਗੁਰਸਿੱਖੀ ਦਾ ਬੀਜ ਬੀਜਿਆ ਹੈ ਉਹ ਨਾਲ ਲੈ ਗਏ ਨੇ, ਉੱਤੇ 10 ਨੂੰ ਹੋਰ ਨਾਲ ਰਲਾਉਣਗੇ, ਔਰ ਇੱਕ ਦਿਨ ਇਹ ਵਾਪਸ ਜ਼ਰੂਰ ਆਉਣਗੇ, ਆਪਣੇ ਪੰਜਾਬ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਯੋਗਦਾਨ ਪਾਉਣਗੇ। ਕਹਿੰਦੇ ਰੈਵੋਲੂਸ਼ਨ ਤਾਂ ਹੋਣਾ ਹੀ ਆ, ਉਹ ਚਾਹੇ ਪੰਜਾਬ ਦੀ ਬਾਹਰਲੀ ਧਰਤੀ ਤੋਂ ਹੋਵੇ, ਹਾਂਜੀ, ਚਾਹੇ ਇੱਥੋਂ ਦੀ ਹੋਵੇ। ਸਾਨੂੰ ਉਮੀਦ ਹੈ ਕਿ ਜਿਹੜਾ ਰੈਵੋਲੂਸ਼ਨ ਉਹ ਬਾਹਰੋਂ ਹੀ ਸ਼ੁਰੂ ਹੋਣਾ ਹੈ, ਕਿਉਂਕਿ ਅੱਜ ਬੱਚੇ ਦੀ ਇੰਨੀ ਜ਼ਿਆਦਾ ਮਹਿੰਗਾਈ ਹੈ, ਅਤੇ ਅਗਰ ਬੱਚਾ ਇੱਕ ਪ੍ਰਾਈਵੇਟ ਜੌਬ ਕਰਦਾ ਤਾਂ ਉਹਨੂੰ 7-8 ਹਜ਼ਾਰ ਮਿਲਦਾ ਹੈ। ਬਿਲਕੁਲ 7-8 ਹਜ਼ਾਰ ਨਾਲ ਬੱਚੇ ਦਾ ਗੁਜ਼ਾਰਾ ਕਿੱਥੋਂ ਹੋਣਾ, ਤਾਂ ਉਹਨੂੰ ਅਲਟੀਮੇਟਲੀ ਬਾਹਰ ਜਾਣਾ ਹੀ ਪੈਣਾ ਹੈ। ਬਟ ਕਲਗੀਧਰ ਟਰਸਟ ਬਹੁਤ ਇੱਕ ਮਤਲਬ ਉੱਦਮ ਕਰ ਰਿਹਾ ਇਸ ਕੰਮ ਵਾਸਤੇ ਕਿ ਬੱਚਿਆਂ ਨੂੰ ਅਸੀਂ ਰੋਕ ਪਾਈਏ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਅਸਫਲ ਹਾਂ ਇਸ ਚੀਜ਼ ਤੋਂ। ਬੱਚਿਆਂ ਨੂੰ ਬੜੀ ਸਕਾਲਰਸ਼ਿਪ ਵੀ ਫ੍ਰੀ ਆਫ ਮਿਲ ਰਹੀ ਹੈ ਬੱਚਿਆਂ ਨੂੰ, ਕਿ ਯੂਨੀਵਰਸਿਟੀ 'ਚ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ, ਪਰ ਫਿਰ ਵੀ ਬੱਚਾ ਯੂਨੀਵਰਸਿਟੀ ਕਰਨ ਤੋਂ ਬਾਅਦ ਵੀ ਉਹ ਬਾਹਰ ਹੀ ਜਾਣ ਦਾ ਉਹਦਾ ਇੱਕ ਟੀਚਾ ਹੈ ਕਿ ਮੈਂ ਬਾਹਰ ਜਾਵਾਂ। ਹਾਂ, ਜਿਵੇਂ ਕਿ ਤੁਸੀਂ ਕਿਹਾ ਵੀ ਰੋਕ ਰਹੇ ਹਾਂ, ਅਤੇ ਜਿਵੇਂ ਇੱਕ ਪ੍ਰੋਗਰਾਮ ਵੀ ਚੱਲ ਰਿਹਾ ਹੈਗਾ ਆਪਣੇ ਯੂਨੀਵਰਸਿਟੀ ਦੇ ਵਿੱਚ, ਅਤੇ ਉੱਥੇ ਵੀ ਬੱਚਿਆਂ ਨੂੰ IAS UPSC ਅਤੇ ਨੈਟ ਦੀਆਂ ਕਲਾਸਾਂ ਦਿੱਤੀਆਂ ਗਈਆਂ, ਕੋਰਸਿਸ ਚੱਲ ਰਹੇ ਨੇ, ਕੋਚਿੰਗ ਚੱਲ ਰਹੀ ਹੈ ਜੀ। ਹਾਂਜੀ, ਨੀਟ ਵਗੈਰਾ ਦੀ ਜਾਂ ਜੀਟ ਵਗੈਰਾ JET ਦੀ, ਇਹ ਸਭ ਦੀ ਕੋਚਿੰਗ ਚੱਲ ਰਹੀ ਹੈ। ਬਟ ਅਲਟੀਮੇਟਲੀ ਸਾਡਾ ਉਹ ਕਰਨ ਤੋਂ ਬਾਅਦ ਵੀ ਬੱਚਾ ਬਾਹਰ ਨੂੰ ਜਾ ਰਿਹਾ ਹੈ। ਇਹਦਾ ਰੀਜ਼ਨ ਕੀ ਹੈ? ਸਾਡੀਆਂ ਸਰਕਾਰਾਂ ਦੀ ਨਾਕਾਮਯਾਬੀ ਹੈ। ਅੱਛਾ, ਆਪਣੇ ਇੱਥੋਂ ਦੇ ਬੱਚੇ ਪੜ੍ਹ ਲਿਖ ਕੇ ਬਾਹਰ ਜਾ ਰਹੇ ਨੇ, ਚਾਹੇ ਅਕਾਲ ਅਕੈਡਮੀਆਂ 'ਚੋਂ ਪੜ੍ਹ ਕੇ ਜਾ ਰਹੇ ਨੇ, ਪਰ ਇੱਕ ਵਧੀਆ ਗੱਲ, ਪੋਜ਼ੀਟਿਵ ਗੱਲ ਇਹ ਹੈਗੀ ਹੈ ਕਿ ਉਹ ਸਿੱਖੀ ਨੂੰ ਨਾਲ ਲੈ ਕੇ ਜਾ ਰਹੇ ਨੇ, ਸਿੱਖੀ ਦੀ ਸਿੱਖਿਆ ਨੂੰ ਨਾਲ ਲੈ ਕੇ ਜਾ ਰਹੇ ਨੇ। ਪਰ ਜੇ ਦੂਜੀ ਗੱਲ ਕਰੀਏ ਤਾਂ ਬਾਹਰ ਜਿਹੜੇ ਸਾਡੇ ਆਪਣੇ NRI ਵੀਰ ਨੇ, ਜਾਂ NRI ਜਿਹੜੇ ਆਪਣੇ ਗਏ ਹੋਏ ਨੇ ਪੁਰਾਣੇ, ਉਹਨਾਂ ਦੇ ਬੱਚੇ ਇੱਧਰ ਆ ਰਹੇ ਨੇ ਪੜ੍ਹਨ ਵਾਸਤੇ ਬੜੂ ਸਾਹਿਬ। ਉੱਥੋਂ ਦਾ ਕਲਚਰ ਐਕਸਪੀਰੀਅੰਸ ਕਰ ਲਿਆ ਜੀ, ਉੱਥੇ ਦਾ ਜੋ ਕਲਚਰ ਸੀ ਉਹਨਾਂ ਨੇ ਦੇਖਿਆ ਕਿ ਇੱਥੇ ਦਾ ਕੀ ਹੈ ਅਤੇ ਸਾਡਾ ਕੀ ਸੀਗਾ। ਤਾਂ ਸਾਨੂੰ ਉਮੀਦ ਹੈ ਕਿ ਸਾਡੇ ਬੱਚੇ ਵੀ ਉੱਥੇ ਜਾ ਕੇ ਜਦੋਂ ਦੇਖਣਗੇ, ਐਕਸਪੀਰੀਅੰਸ ਕਰਨਗੇ, ਦਿਲ ਕਮ ਬੈਕ। ਨਹੀਂ, ਮੈਂ ਇਹ ਪੁੱਛਣਾ ਚਾਹੁੰਦਾ ਮੈਮ ਵੀ ਤੁਸੀਂ ਉਹਦੇ ਬਾਰੇ ਕੀ ਕਹੋਗੇ? ਆਪਾਂ ਜਿਵੇਂ ਅਕਾਲ ਅਕੈਡਮੀ ਬੜੂ ਸਾਹਿਬ ਵਿਖੇ, ਉੱਥੇ ਬੜੇ ਬੱਚੇ ਨੇ ਜਿਹੜੇ ਪੇਰੈਂਟਸ ਨੇ ਬਾਹਰੋਂ ਭੇਜੇ ਹੋਏ ਨੇ ਇੱਧਰ ਐਜੂਕੇਸ਼ਨ ਲੈਣ ਲਈ ਸਪੈਸ਼ਲ। ਉਹੀ ਮੈਂ ਦੱਸਿਆ ਨਾ ਜੀ ਆਪ ਜੀ ਨੂੰ, ਕਿਉਂਕਿ ਉਹ ਪੇਰੈਂਟਸ ਨੇ ਬਾਹਰ ਦਾ ਜਿਹੜਾ ਕਲਚਰ ਸੀਗਾ ਔਰ ਦੇਖਿਆ ਵੀ ਬੱਚੇ ਨੂੰ ਅਸੀਂ ਉਹ ਟਾਈਮ ਨਹੀਂ ਦੇ ਪਾ ਰਹੇ, ਉਹਨਾਂ ਦਾ ਇੰਨਾ ਕੁ ਜ਼ਿਆਦਾ ਟਾਈਮ ਟੇਬਲ ਟਾਈਟ ਹੈ, ਦੇ ਆਰ ਨਾਟ ਏਬਲ ਟੂ ਸਿਟ ਫॉर 5 ਮਿੰਟਸ ਵਿਦ देयर ਕਿਡਸ ਜੀ। ਫਿਰ ਉਹਨਾਂ 'ਚ ਇੱਕ ਉਹ ਵੀ ਉਮੀਦ ਤਾਂਘ ਹੈ ਕਿ ਅਸੀਂ ਆਪਣੇ ਬੱਚੇ ਨੂੰ ਗੁਰਸਿੱਖੀ ਦੇਣੀ ਹੈ ਜੀ, ਤਾਂ ਉਹ ਗੁਰਸਿੱਖੀ ਲੈਣ ਵਾਸਤੇ ਬੜੂ ਸਾਹਿਬ ਬੱਚੇ ਐਜੂਕੇਸ਼ਨ ਲੈ ਰਹੇ ਨੇ ਜੀ, ਅਤੇ ਬਹੁਤ ਮਤਲਬ
ਪਿਛਲੇ 10-15 ਸਾਲ ਤੋਂ ਬੱਚੇ ਬਹੁਤ ਅੱਛੇ ਬੱਚੇ ਉੱਥੋਂ ਨਿਕਲ ਕੇ ਵਾਪਸ ਵੀ ਜਾ ਰਹੇ ਨੇ, ਇੱਥੇ ਵੀ ਰਹਿ ਰਹੇ ਨੇ, ਬਟ ਉੱਤੇ ਫਿਰ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਬੱਚਾ ਇੱਥੇ ਜੌਬ ਨਹੀਂ ਕਰ ਪਾ ਰਿਹਾ। ਬਿਲਕੁਲ ਬਿਲਕੁਲ। ਬਟ ਸਾਡੀ ਇੱਕ ਇਹ ਪ੍ਰਾਪਤੀ ਹੈ ਕਿ ਸਾਡਾ ਬੱਚਾ ਜਿਹੜਾ ਹੈਗਾ ਨੀਅਰਲੀ ਜਿਹੜੇ 52 ਪਿੰਡਾਂ ਤੋਂ ਆ ਰਹੇ ਨੇ ਜੀ, ਜਿਹੜੇ ਕਿ ਇੱਕ ਮੈਂ ਐਕਸਪੀਰੀਅੰਸ ਕੀਤਾ ਸੀ ਕਿ ਪਿੰਡ ਵਿੱਚ ਰਹਿ ਕੇ ਕਿ ਐਜੂਕੇਸ਼ਨ ਨਹੀਂ ਮਿਲਦੀ ਸੀ, ਪਰ ਅੱਜ ਉਹ ਪਿੰਡਾਂ ਦਾ ਬੱਚਾ ਸ਼ਹਿਰ ਦੇ ਬੱਚਿਆਂ ਨਾਲੋਂ ਅੱਗੇ ਜਾ ਰਿਹਾ ਹੈ। ਆਈਲੈਟਸ ਦੇ ਵਿੱਚ ਤੁਸੀਂ ਦੇਖੋਗੇ ਬੱਚੇ 7-7 7.5 ਬੈਂਡ ਲੈ ਰਹੇ ਨੇ ਆਰਾਮ ਨਾਲ, ਜਿਹੜਾ ਕਿ ਇਹ ਪਿੰਡ ਦੇ ਵਿੱਚ ਪੋਸੀਬਲ ਨਹੀਂ ਸੀਗਾ। ਜੀ ਜੀ ਜੀ। ਤਾਂ ਪਿਛਲੇ 2 ਸਾਲ ਦੀ ਗੱਲ ਹੈ ਕਿ ਮੈਂ ਪਿੰਡ ਵਿੱਚੋਂ ਲੰਘ ਰਹੀ ਸੀ, ਚੀਮਾ ਸਾਹਿਬ ਦੇ ਪਿੰਡ ਵਿੱਚੋਂ ਜੀ। ਤਾਂ ਉੱਥੇ ਬੱਚੇ ਖੇਡ ਰਹੇ ਸੀ ਬਹੁਤ ਸਾਰੇ, ਉਹ ਸਾਰੇ ਬੱਚਿਆਂ ਦੇ ਸਿਰ ਤੇ ਬੜੇ ਬੜੇ ਜੂੜੇ ਕੀਤੇ ਹੋਏ। ਮੈਂ ਬੜੀ ਖੁਸ਼ੀ ਹੋਈ ਮੈਨੂੰ ਦੇਖ ਕੇ ਕਿ ਵੀ ਇਹ ਅਕਾਲ ਅਕੈਡਮੀ ਦੀ ਦੇਣ ਹੈ, ਕਿਉਂਕਿ ਜੀ ਬੱਚੇ ਨੂੰ ਕੇਸ ਰੱਖਣੇ ਤੇ ਉਸ ਨੂੰ ਆਪਣੇ ਧਰਮ ਨੂੰ ਫੋਲੋ ਕਰਨਾ ਇਹ ਸਿਰਫ ਅਕਾਲ ਅਕੈਡਮੀ ਵਿੱਚ ਹੀ ਬੱਚੇ ਨੂੰ ਮਿਲਦਾ ਹੈ। ਅਦਰਵਾਈਜ਼ ਤਾਂ ਬੱਚਾ, ਕਿਉਂਕਿ ਜੀ ਬੱਚੇ ਬਾਂਦਰ ਹੁੰਦੇ ਨੇ, ਦੇਖਦਾ ਇੱਕ ਨੂੰ ਦੇਖ ਕੇ ਵੀ ਉਹਨੇ ਵੀ ਕੇਸ ਕੱਟਿਆ, ਮੈਂ ਵੀ ਕੇਸ ਕੱਟਣੇ ਆ, ਉਹਨੂੰ ਪਤਾ ਨਹੀਂ ਕਿ ਮੇਰਾ ਇਹ ਵਿਰਾਸਤ ਹੈ, ਮੇਰੀ ਇਹ ਵਿਰਾਸਤ ਹੈ, ਮੈਂ ਇਹਨੂੰ ਸੰਭਾਲਣਾ ਹੈ। ਜਦ ਤੱਕ ਉਹਨੂੰ ਸਮਝ ਆਉਂਦੀ ਹੈ ਉਹ ਯੂਜ਼ ਟੂ ਹੋ ਜਾਂਦਾ ਹੈ। ਬਿਲਕੁਲ ਜੀ। ਤੇ ਉਹਦਾ ਕਿਉਂਕਿ ਉਹਨੂੰ ਮਾਹੌਲ ਮਿਲ ਰਿਹਾ ਹੈ। ਸਾਡੇ ਕੋਲ ਹੁਣ ਕਈ ਐਸੇ ਪੇਰੈਂਟਸ ਵੀ ਆਉਂਦੇ ਆ ਕਿ ਜੀ ਬੱਚਾ ਤਾਂ ਅਸੀਂ ਅਕਾਲ ਅਕੈਡਮੀ ਚਲਾਉਣਾ ਹੈ, ਪਰ ਸਾਡੇ ਬੱਚੇ ਨੇ ਕੇਸ ਨਹੀਂ ਰੱਖਣੇ। ਅਸੀਂ ਉਹਨੂੰ ਕਹਿਣਾ ਵੀ ਇਹ ਤੁਹਾਡੀ ਹੈਡੇਕ ਨਹੀਂ ਹੈ, ਇਹ ਬੱਚਾ ਆਪਣੇ ਆਪ ਤੁਹਾਨੂੰ ਕਹੂਗਾ। ਔਰ ਇਹੀ ਹੁੰਦਾ ਹੈ ਜਦੋਂ ਬੱਚਾ ਹਫਤਾ ਸਕੂਲ ਆਉਂਦਾ ਹੈ, ਹਫਤੇ ਤੋਂ 10ਵੇਂ ਦਿਨ ਬੱਚੇ ਨੇ ਜਾ ਕੇ ਮੰਮੀ ਨੂੰ ਬੋਲਣਾ ਮੇਰਾ ਵੀ ਉਵੇਂ ਜੂੜਾ ਬਣਾਓ ਜਿਵੇਂ ਮੇਰੇ ਕਲਾਸ ਦੇ ਬੱਚਿਆਂ ਦਾ ਜੂੜਾ ਬਣਿਆ ਹੋਇਆ। ਫਿਰ ਮੰਮੀ ਮੇਰੇ ਕੋਲ ਆਉਂਦੇ, ਤੁਸੀਂ ਇਹਨੂੰ ਕੀ, ਅਸੀਂ ਕਿਹਾ ਕੁਛ ਨਹੀਂ ਕਿਹਾ ਸੀ, ਇਹ ਫਰਕ ਹੈਗਾ ਸੰਗਤ ਦਾ, ਉਹ ਕਿਹੋ ਜੀ ਸੰਗਤ ਵਿੱਚ ਬੈਠਾ ਹੈ ਜੀ, ਤੇ ਉਹ ਮਾਹੌਲ ਕਿਹੋ ਜਿਹਾ। ਅਸੀਂ ਬੱਚੇ ਨੂੰ ਨਹੀਂ ਕਿਹਾ ਤੂੰ ਜੂੜਾ ਕਰਕੇ ਆਉਣਾ ਹੈ, ਉਹਨੇ ਆਪਣੇ ਆਪ ਮਾਂ ਨੂੰ ਜਾ ਕੇ ਮੇਰਾ ਉਹੀ ਜੂੜਾ, ਚਾਹੇ ਉਹ ਜੁਰਾਬ ਪਾ ਕੇ ਕਰਦੀ ਹੈ ਸਿਰ ਦੇ ਵਿੱਚ, ਜੋ ਵੀ ਇੱਕ ਮਤਲਬ ਇੱਕ ਗੁੱਟਾ ਜਿਹਾ ਬਣਾ ਕੇ ਉਹਨੂੰ ਜੂੜਾ ਬਣਾਉਣਾ ਪੈਂਦਾ ਹੈ ਜੀ। ਤਾਂ ਫਿਰ ਜਦੋਂ ਬੱਚੇ ਨੇ ਦੇਖੋ ਜੀ ਉਹ ਉਹਦੇ 'ਚ ਆ ਗਿਆ ਤਾਂ ਜੂੜਾ ਕਿਉਂ ਨਹੀਂ ਰੱਖੂਗਾ। ਤਾਂ ਇਸ ਕਰਕੇ ਜਿਹੜੀ ਇੱਕ ਸਿੱਖੀ ਨੂੰ ਜਿਹੜੀ ਵਰਦਾਨ ਹੈ ਅਕਾਲ ਅਕੈਡਮੀਆਂ ਦੀ, ਇਹ ਬੱਚੇ ਗੁਰਸਿੱਖੀ ਦੀ ਜਿਹੜੀ ਮਰਿਆਦਾ ਹੈ ਉਹਨੂੰ ਅਡਾਪਟ ਕਰ ਰਹੇ ਨੇ। ਜੀ ਜੀ। ਜਿਵੇਂ ਸਿੱਖੀ ਨੂੰ ਸਾਂਭ ਰਹੀ ਆ ਅਕਾਲ ਅਕੈਡਮੀਆਂ, ਜਾਂ ਕਹਿ ਲਓ ਵੀ ਕਲਗੀਧਰ ਟਰੱਸਟ ਬੜੂ ਸਾਹਿਬ ਸਿੱਖੀ ਨੂੰ ਸਾਂਭ ਰਹੀ ਆ। ਵਧੀਆ ਲੱਗਦਾ ਜਦੋਂ ਸਿੱਖੀ ਸਰੂਪ ਦੇ ਵਿੱਚ ਬੱਚੇ ਆਉਂਦੇ ਨੇ, ਇੱਥੇ ਆਉਂਦੇ ਨੇ ਜਾਂ ਬਾਹਰ ਵੀ ਦੇਖਦੇ ਆ। ਇੱਕ ਸਵਾਲ ਮੈਮ ਹੋਰ ਮੇਰਾ, ਜਿਵੇਂ ਤੁਸੀਂ ਗੁਰਬਾਣੀ ਨਾਲ ਜੋੜਦੇ ਹੋ, ਕੀਰਤਨ ਨਾਲ ਜੋੜਦੇ ਹੋ, ਕੀ ਤੁਸੀਂ ਨਾਲ ਸਿੱਖ ਇਤਿਹਾਸ ਦੀਆਂ ਕਲਾਸਾਂ ਵੀ ਦਿੰਦੇ ਹੋ, ਬੱਚਿਆਂ ਨੂੰ ਪੜ੍ਹਾਉਂਦੇ ਹੋ ਉੱਦਾਂ ਦਾ ਵੀ? ਹਾਂਜੀ, ਹਫਤੇ ਵਿੱਚ 2 ਕਲਾਸਾਂ ਹੁੰਦੀਆਂ ਨੇ ਡਿਵਿਨਟੀ ਦੀਆਂ ਜੀ, ਜਿਹਦੇ ਵਿੱਚ ਉਹਨਾਂ ਨੂੰ ਸਿੱਖ ਇਤਿਹਾਸ ਜਿਹੜਾ ਅਸੀਂ ਸਾਡਾ ਇੱਕ ਪਲਾਨਬੱਧ ਕੀਤਾ ਵਾ ਉਹਨੂੰ ਕਿ ਨਰਸਰੀ ਕਲਾਸ 'ਚ ਕੀ ਹੋਣਾ ਤੇ KG 'ਚ ਕੀ ਹੋਣਾ। ਸਾਡਾ ਟੀਚਾ ਹੁੰਦਾ ਕਿ ਬੱਚਾ 10ਵੀਂ ਤੱਕ ਪੰਜੋਂ ਬੇੜਿਆਂ ਦੀ ਵਿਆਖਿਆ ਕਰ ਸਕਦਾ ਹੋਵੇ ਤੇ ਵਿਆਖਿਆ, ਹਾਂਜੀ, ਮਤਲਬ ਉਹਨੂੰ ਅੰਡਰਸਟੈਂਡਿੰਗ ਵੀ ਹੋਵੇ ਕੀ ਮੈਂ ਪੜ੍ਹ ਰਿਹਾ ਹਾਂ। ਸਿਰਫ ਪੜ੍ਹਨ ਤੱਕ ਹੀ ਸੀਮਤ ਨਹੀਂ, ਗੁਰਬਾਣੀ ਦਾ ਰੱਟਾ ਨਹੀਂ ਲਵਾਇਆ ਜਾਂਦਾ, ਉਹਦੀ ਵਿਆਖਿਆ ਵੀ ਸਿਖਾਈ ਜਾਂਦੀ ਹੈ। ਹਾਂਜੀ, ਵਿਆਖਿਆ ਉਹਦੀ ਕੀ ਮਤਲਬ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ, ਸਾਡਾ ਕੀ ਪਰਪਸ ਹੈ ਉਹਦੇ ਵਿੱਚ। ਬੱਚਾ ਕਿਉਂਕਿ ਪਤਾ ਨਹੀਂ ਹੁੰਦਾ ਕਿਹੜੀ ਤੁਕ, ਕਿਹੜਾ ਸ਼ਬਦ ਬੱਚੇ ਦੇ ਮਨ ਨੂੰ ਲੱਗ ਜਾਵੇ ਤੇ ਕਦੋਂ ਉਹ ਚੇਂਜ ਉਸ ਵਿੱਚ ਆ ਜਾਵੇ। ਕਿਉਂਕਿ ਜੇ ਬਾਬਾ ਜੀ ਕਹਿੰਦੇ ਹੁੰਦੇ ਕਿ ਸੰਤ ਮਹਾਤਮਾ ਤਾਂ ਇੱਕੋ ਹੀ ਹੁੰਦਾ ਜੀ, ਜੇ ਸਾਡਾ ਇਹੀ ਹੁੰਦਾ ਕਿ ਵੀ ਉਹ ਲੱਭ ਜਾਵੇ ਸਾਨੂੰ ਤੇ ਉਸ ਨੂੰ ਅਸੀਂ ਤਰਾਸ਼ ਸਕੀਏ, ਜੋ ਹੀਰਾ ਹੋਊਗਾ ਕੋਈ ਨਾ ਕੋਈ ਨਾ ਜੀ। ਤੇ ਬਾਕੀ ਜੀ ਜਿਵੇਂ ਇਥੋਂ ਪ੍ਰਚਾਰਕ ਵੀ ਪੈਦਾ ਹੋ ਰਹੇ ਨੇ, ਚਾਹੇ ਗੁਰਬਾਣੀ ਦੇ ਫਲਸਫੇ ਨੂੰ ਅੱਗੇ ਵਧਾ ਰਹੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੱਚੇ ਦੇਖੋ ਜੀ ਕੀਰਤਨ ਬਹੁਤ ਅੱਛਾ ਕਰ ਲੈਂਦੇ ਨੇ ਜੀ, ਤੇ ਸਟੇਜ ਦੇ ਉੱਪਰ ਅਸੈਂਬਲੀ ਹੁੰਦੀ ਹੈ ਜਿਵੇਂ ਵਗੈਰਾ, ਤਾਂ ਉਹਨਾਂ 'ਚ ਇੰਨਾ ਕੌਨਫੀਡੈਂਸ ਹੈ ਕਿ ਉਹ ਖੜੇ ਹੋ ਕੇ ਬੋਲ ਸਕਦੇ ਨੇ ਜੀ। ਉਹ 'ਚ ਉਹ ਸਕਿੱਲਸ ਡਿਵੈਲਪ ਹੋ ਰਹੀਆਂ ਨੇ ਤੇ ਕੱਲ੍ਹ ਨੂੰ ਉਹਨੇ ਖੜੇ ਹੋ ਕੇ ਕੁਝ ਬੋਲਣਾ ਹੈ ਤਾਂ ਬੋਲ ਸਕਦਾ, ਆਪਣੇ ਵਿਚਾਰ ਰੱਖ ਸਕਦਾ। ਬਿਲਕੁਲ ਬਿਲਕੁਲ। ਇਹ ਤਾਂ ਹੋ ਗਈ ਸਿੱਖ ਇਤਿਹਾਸ ਦੀ ਨੌਲੇਜ ਹੋ ਗਈ ਜਿਹੜੀ ਬੱਚਿਆਂ ਨੂੰ ਦਿੰਦੇ ਹੋ ਤੁਸੀਂ, ਨਾਲ ਗੁਰਬਾਣੀ ਦੀ ਵਿਆਖਿਆ ਵੀ ਸਿਖਾਉਂਦੇ ਹੋ। ਕੀ ਨਾਲ ਵਿੱਦਿਅਕ ਟੂਰ ਵੀ ਉੱਦਾਂ ਦੇ ਹੁੰਦੇ ਨੇ ਧਾਰਮਿਕ ਸਥਾਨਾਂ 'ਤੇ ਜਾਂ ਕਿਤੇ ਹੋਰ? ਹਾਂਜੀ, ਇਹ ਸਮੇਂ ਤੋਂ ਮਤਲਬ ਹੁਣ ਪਿਛਲੇ 2 ਸਾਲ ਤੋਂ ਅਸੀਂ ਨਹੀਂ ਕਰ ਪਾਏ, ਹੁਣ ਨੈਕਸਟ ਅਸੀਂ ਪਲਾਨ ਕਰ ਰਹੇ ਹਾਂ। ਅਤੇ ਸਾਡਾ ਮਕਸਦ ਹੁੰਦਾ ਕਿ ਅਸੀਂ ਬੱਚੇ ਨੂੰ ਉਹ ਜਗ੍ਹਾ ਦਿਖਾਈਏ ਜਿੱਥੇ ਗੁਰੂ ਸਾਹਿਬਾਨ ਦੇ ਚਰਨ ਸਪਰਸ਼ ਹੈ ਜਾਂ ਚਰਨ ਛੋਹ ਪ੍ਰਾਪਤ ਹੈ। ਦਰਬਾਰ ਸਾਹਿਬ ਵੀ ਕਿ ਬੱਚਿਆਂ ਨੂੰ ਲੈ ਕੇ ਗਏ ਹਾਂ, ਅਤੇ ਨਾਲ ਹੀ ਫਿਰ ਉੱਥੋਂ ਕੋਈ ਕਲਚਰਲ ਕੋਈ ਜਗ੍ਹਾ ਹੁੰਦੀ ਹੈ ਜਿੱਦਾਂ ਸਾਡਾ ਪਿੰਡ ਹੈ, ਉੱਥੇ ਵੀ ਬੱਚਿਆਂ ਨੂੰ ਲੈ ਕੇ ਗਏ ਹਾਂ, ਅਤੇ ਦਿੱਲੀ ਵੀ ਲਗਾਏ। ਅਤੇ ਜੇ ਸਾਡਾ ਮਕਸਦ ਹੁੰਦਾ ਕਿ ਵੀ ਕਿਉਂਕਿ ਬੱਚਾ ਚਾਹੁੰਦਾ ਹੈ ਬੱਚੇ ਨੂੰ ਇਕੱਲੇ ਗੁਰਦੁਆਰੇ ਨਹੀਂ ਦੇਖਣੇ, ਉਹਨੇ ਨਾਲ ਕੁਝ ਹੋਰ ਵੀ ਦੇਖਣਾ ਹੈ, ਤਾਂ ਕਿ ਉਹਨੂੰ ਥੋੜ੍ਹੀ ਜਿਹੀ ਹੋਰ ਖੁਸ਼ੀ ਮਿਲੇ। ਦਿੱਲੀ ਟੂਰ ਲਿਜਾਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਦੇ ਟੂਰ ਵਿਜ਼ਿਟ ਕਰਦੇ ਹਾਂ ਬੱਚੇ, ਅਤੇ ਨਾਲ ਅਸੀਂ ਹਿਸਟੋਰੀਕਲ ਪਲੇਸਿਸ 'ਤੇ ਵੀ ਲੈ ਕੇ ਜਾਂਦੇ ਹਾਂ, ਤਾਂ ਕਿ ਬੱਚਾ ਪ੍ਰੈਕਟੀਕਲੀ ਦੇਖੇ ਅਤੇ ਉਹ ਨੌਲੇਜ ਜੋ ਅਸੀਂ ਕਿਤਾਬਾਂ ਦੇ ਥਰੂ ਪੜ੍ਹਾ ਰਹੇ ਹਾਂ ਉਹ ਉਹਨੂੰ ਹੋਰ ਸੌਖੇ ਤਰੀਕੇ ਨਾਲ ਸਮਝ ਜਾਵੇ।
ਅੱਛਾ ਮੈਮ ਜਾਂਦੇ ਜਾਂਦੇ ਇੱਥੇ ਜਿਹੜੇ ਪੇਰੈਂਟਸ ਨੇ ਉਹਨਾਂ ਲਈ, ਬੱਚਿਆਂ ਲਈ, ਜਾਂ ਬਾਹਰ ਵੱਸਦੇ ਪੰਜਾਬੀਆਂ ਲਈ ਜਿਹੜੇ ਪੰਜਾਬ ਲਈ ਬੜੇ ਹੀ ਕਹਿ ਲਓ ਵੀ ਫਿਕਰਮੰਦ ਨੇ, ਪੰਜਾਬ ਦੇ ਵਿੱਚ ਪੰਜਾਬ ਦੇ ਕਹਿ ਲਓ ਵੀ ਭਲੇ ਨੂੰ ਸੋਚਦੇ ਨੇ, ਹਰ ਵੇਲੇ ਸੋਚਦੇ ਰਹਿੰਦੇ ਨੇ, ਭਾਵੇਂ ਦੂਰ ਨੇ ਪਰ ਫਿਰ ਵੀ ਉਹਨਾਂ ਦੇ ਚਿੱਤ ਚੇਤਿਆਂ 'ਚ ਪੰਜਾਬ ਵੱਸਦਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੇਰੇ ਇਹੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕਿ ਬੱਚਿਆਂ ਨੂੰ ਇੱਕ ਤਾਂ ਮੋਬਾਈਲ ਤੋਂ ਬਚਾ ਲੈਣ ਜੀ। ਜੀ। ਤੇ ਬੱਚਿਆਂ ਨੂੰ ਜਦੋਂ ਦੇਖੋ ਜੀ ਅਸੀਂ ਬੱਚੇ ਨੂੰ ਟਾਈਮ ਦਈਏ ਕਿ ਸਾਡਾ ਬੱਚਾ ਕਰ ਕੀ ਰਿਹਾ ਹੈ। ਜੀ। ਅਸੀਂ ਜਦੋਂ ਇਗਨੋਰ ਕਰ ਦਿੰਦੇ ਬੱਚੇ ਨੂੰ, ਚਲੋ ਮੇਰੇ ਕੰਨ ਨਾ ਖਾਵੇ ਤੂੰ ਫੋਨ ਲੈ ਕੇ ਖੇਡ ਲੈ, ਉਹ ਬੱਚਾ ਖੇਡਦਾ ਖੇਡਦਾ ਕੋਈ ਐਸੀਆਂ ਸਾਈਟਸ 'ਤੇ ਚਲ ਜਾਂਦਾ ਹੈ ਕਿ ਬੱਚੇ ਦੇ ਜਿਹੜਾ ਏਜ ਤੋਂ ਪਹਿਲਾਂ ਉਹਨੂੰ ਬਹੁਤ ਜ਼ਿਆਦਾ ਹਾਰਮਫੁਲ ਨੇਗੀਆਂ। ਜੀ। ਤੇ ਬੱਚੇ ਦੇ ਨਾਲ ਬੈਠਣ ਜੀ, ਨਿਤਨੇਮ, ਬੱਚਾ ਛੁੱਟੀ ਦਾ ਦਿਨ ਹੈ ਉਹਦੇ ਨਾਲ ਬੈਠ ਕੇ ਨਿਤਨੇਮ ਕਰਨ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨ, ਮਤਲਬ ਆਪਣਾ ਜਿਹੜਾ ਆਪਣਾ ਕੰਮ ਹੈ ਉਹਨੂੰ ਪਹਿਲਾਂ ਨਿਪੇਟ ਕੇ, ਪਹਿਲਾਂ ਉਹਨੂੰ ਕਰਕੇ ਤੇ ਬੱਚੇ ਨੂੰ ਟਾਈਮ ਦੇਣ। ਬੱਚੇ ਦੀ ਜੋ ਪ੍ਰੋਗਰੈਸ ਚੱਲ ਰਹੀ ਹੈ ਉਸ ਨੂੰ ਸਕੂਲ 'ਚ ਆ ਕੇ ਟੀਚਰ ਦੇ ਨਾਲ, ਪ੍ਰਿੰਸੀਪਲ ਦੇ ਨਾਲ ਸ਼ੇਅਰ ਕਰਨ, ਕਿਉਂਕਿ ਬੱਚੇ ਨੂੰ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਕੱਲਾ ਸਕੂਲ 'ਤੇ ਛੱਡ ਦੇਣਾ ਇਨਫ ਨਹੀਂ ਹੈ। ਪੇਰੈਂਟਸ ਨੂੰ ਸਾਡੇ ਨਾਲ ਸਪੋਰਟ ਬਣਨੀ ਪੈਣੀ ਹੈ, ਉਹਨਾਂ ਦਾ ਹਰ ਇੱਕ ਮੂਮੈਂਟ ਦਾ, ਹਰ ਇੱਕ ਦਿਨ ਦੀ ਪ੍ਰੋਗਰੈਸ ਕੀ ਚੱਲ ਰਹੀ ਹੈ, ਕੀ ਘਟਾ ਵਧਾ ਹੋ ਰਿਹਾ, ਸਾਡੇ ਨਾਲ ਸ਼ੇਅਰ ਕਰਨ ਤਾਂ ਕਿ ਅਸੀਂ ਬੱਚੇ ਨੂੰ ਹੋਰ ਉੱਚਾ ਲਿਜਾ ਸਕੀਏ ਔਰ ਸਾਡੇ ਸਮਾਜ ਨੂੰ ਅਸੀਂ ਬਚਾ ਸਕੀਏ। ਅੱਜ ਜੋ ਸਮਾਂ ਜੀ ਨਸ਼ਿਆਂ 'ਚ ਬੱਚੇ ਜਾ ਰਹੇ ਨੇ ਹੈ ਨਾ, ਉਹਨਾਂ ਨੂੰ ਅਵੇਅਰ ਕਰ ਸਕੀਏ। ਇੱਥੇ ਅਵੇਅਰਨੈਸ ਦੀ ਹੀ ਘਾਟ ਹੁੰਦੀ ਹੈ, ਕੁਛ ਨਹੀਂ ਹੈ। ਜਿਵੇਂ ਮੈਂ ਵਿੱਚ ਗੱਲ ਟੋਕ ਰਿਹਾ ਤੁਹਾਡੀ, ਨਸ਼ਿਆਂ ਵੱਲ ਜਾ ਰਹੇ ਨੇ ਬੱਚੇ, ਪਰ ਜਿਹੜੇ ਆਪਣੇ ਕਹਿ ਲਓ ਅਕਾਲ ਅਕੈਡਮੀਆਂ ਦੇ ਵਿੱਚ ਬੱਚੇ ਨੇ, ਉਹਨਾਂ ਨੂੰ ਤਾਂ ਇੱਕ ਸੇਧ ਹੀ ਬੜੀ ਵਧੀਆ ਮਿਲਦੀ ਆ, ਸੋ ਉਹ ਕਿਵੇਂ ਤੁਸੀਂ ਦੇਖਦੇ ਹੋ ਚੀਜ਼ ਨੂੰ? ਦੇਖੋ ਜਿਹੜੇ ਬੱਚੇ ਸਾਡੇ ਕੋਲ ਪੜ੍ਹ ਰਹੇ ਨੇ ਉਹਨਾਂ ਦੇ ਤਾਂ ਐਸੇ ਸਾਡੇ ਕੋਲੇ ਮਤਲਬ ਕੇਸ ਆਏ ਨੇ ਕਿ ਮਾਂ ਜਿਹੜਾ ਉਹਨਾਂ ਦੇ ਘਰ ਵਿੱਚ ਕਲੇਸ਼ ਸੀਗਾ, ਕਲੇਸ਼ ਹੁੰਦਾ ਹੈਗਾ ਸ਼ਰਾਬ ਤੋਂ, ਉਹ ਸ਼ਰਾਬ ਛੱਡ ਦਿੱਤੀ ਉਹਨਾਂ ਨੇ। ਬੱਚੇ ਇੱਥੇ ਪੜ੍ਹਦੇ ਆ ਤੇ ਮਾਂ ਪਿਓ ਨੇ ਸ਼ਰਾਬ ਛੱਡਤੀ। ਹਾਂਜੀ, ਉਹਨਾਂ ਨੂੰ ਲੱਗਦਾ ਹੈ ਕਿ ਵੀ ਮੇਰਾ ਬੱਚੇ ਨੇ ਇਹ ਚੋਲਾ ਪਾਇਆ, ਇਹ ਇੱਕ ਪੂਜਨਯੋਗ ਹੈ ਤੇ ਇਹੋ ਜਿਹੇ ਸਕੂਲ 'ਚ ਜਾ ਰਿਹਾ, ਮੈਥੋਂ ਅੱਗੇ ਲੰਘ ਗਿਆ। ਇੱਕ ਅੰਦਰੋਂ ਉਹਨੂੰ ਇਹੋ ਜਿਹੀ ਘਰਨਾ ਆਉਂਦੀ ਹੈ ਕਿ ਉਹ ਸ਼ਰਾਬ ਪੀਣਾ ਛੱਡ ਗਏ ਨੇ ਜੀ। ਔਰ ਘਰ ਦੇ ਵਿੱਚ ਸਾਡੀ ਇਹੀ ਰਿਕੁਐਸਟ ਹੁੰਦੀ ਹੈ ਵੀ ਤੁਸੀਂ ਘਰ 'ਚ ਬੱਚੇ ਨੂੰ ਮਾਹੌਲ ਉਹ ਦਿਓ ਜੋ ਸਾਨੂੰ ਚਾਹੀਦਾ ਜੀ। ਸਾਡਾ ਪੇਰੈਂਟਸ ਨਾਲ ਇਹੀ ਕੰਟੈਕਟ 'ਚ ਰਹਿੰਦਾ ਹੈ ਕਿ ਵੀ ਸਾਡੇ ਬੱਚੇ ਨੂੰ, ਇਹ ਸਾਡਾ ਬੱਚਾ, ਹੁਣ ਤੁਹਾਡਾ ਬਾਅਦ 'ਚ, ਹੁਣ ਸਾਡਾ ਪਹਿਲਾਂ, ਇਹਨੂੰ ਇਹੋ ਜਿਹਾ ਮਾਹੌਲ ਚਾਹੀਦਾ, ਇਸ ਨੂੰ ਠੀਕ ਕਰੋ। ਤਾਂ ਉਹ ਆਟੋਮੈਟਿਕਲੀ ਉਸ ਚੀਜ਼ ਨੂੰ ਉਹ ਅਡਾਪਟ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਅਹਿਸਾਸ ਹੁੰਦਾ ਹੈ ਕਿ ਸਾਡੇ ਬੱਚੇ ਨੂੰ ਅਸੀਂ ਸੰਭਾਲਣਾ ਹੈ। ਤੇ ਬਹੁਤ ਮਤਲਬ ਕਿ ਅੱਗੇ ਜਾ ਰਹੇ ਆ ਬੱਚੇ ਸਾਡੇ ਸਕੂਲ ਦੇ ਵਿੱਚ। ਤੁਸੀਂ ਮਤਲਬ ਕਿ ਨਸ਼ਿਆਂ ਦੇ ਤਾਂ ਬਹੁਤ ਦੂਰ ਦੀ ਗੱਲ ਹੈ ਜੀ, ਘਰ ਵਿੱਚ ਵੀ ਬੱਚਿਆਂ ਦੇ ਨਸ਼ੇ ਖਤਮ ਹੋ ਰਹੇ ਨੇ ਜੀ। ਤੇ ਫਿਰ ਗੁਰਬਾਣੀ ਕੀਰਤਨ ਵੀ ਹੁੰਦਾ, ਨਿਤਨੇਮ ਵੀ ਹੁੰਦਾ, ਤੇ ਫਿਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਜਦ ਮੈਂ ਆਪ ਜੀ ਨਾਲ ਸ਼ੇਅਰ ਕੀਤਾ ਕਿ ਬੱਚੇ ਦੇ ਘਰ ਵਿੱਚ ਵੀ ਮਾਹੌਲ ਜਿਹੜਾ ਸੁਧਰ ਰਿਹਾ ਹੈ। ਪਿਛਲੇ ਮੰਥ ਇੱਕ ਚੌਹਾਨਕੇ ਤੋਂ ਮੇਰੇ ਕੋਲ ਇੱਕ ਮਾਤਾ ਜੀ ਆਏ, ਕਹਿੰਦੇ ਮੈਡਮ ਜੀ ਮੈਂ ਅੰਮ੍ਰਿਤ ਛਕ ਲਿਆ। ਮੈਂ ਕਿਹਾ ਜੀ ਬਹੁਤ ਬਹੁਤ ਵਧਾਈ ਹੋਵੇ। ਕਹਿੰਦੇ ਨਹੀਂ ਜੀ ਵਧਾਈ ਤਾਂ ਮੈਂ ਤਾਂ ਦੱਸ ਰਹੀ ਹਾਂ ਤੁਹਾਨੂੰ ਕਿ ਮੇਰੇ ਪੋਤਰਾ ਮੇਰੇ ਮਗਰ ਇੰਨਾ ਕੁ ਮਤਲਬ ਕਿ ਉਹ ਮੈਨੂੰ ਕਹਿੰਦੇ 3-4 ਸਾਲ ਤੋਂ ਕਹਿ ਰਿਹਾ ਸੀਗਾ ਕਿ ਦਾਦੀ ਤੁਸੀਂ ਅੰਮ੍ਰਿਤ ਛਕੋ, ਕਿਉਂਕਿ ਉਹਦਾ ਅੰਮ੍ਰਿਤ ਛਕਿਆ ਹੋਇਆ। ਤੇ ਉਹ ਕਹਿੰਦੇ ਕਿ ਮੈਂ ਬੇਟਾ ਮੈਂ ਤਾਂ ਛਕਾਂਗੀ ਜੇ ਤੇਰੇ ਦਾਦਾ ਜੀ ਛਕਣਗੇ। ਉਹ ਕਹਿੰਦਾ ਦਾਦੀ ਜੀ, ਦਾਦਾ ਜੀ ਨਾਲ ਤੁਸੀਂ ਕਿਉਂ ਛਕਣਾ, ਦਾਦਾ ਜੀ ਤਾਂ ਤੇਰੇ ਨਾਲ ਨਹੀਂ ਆਏ, ਤੁਸੀਂ ਕੱਲ੍ਹ ਨੂੰ ਤੁਸੀਂ ਜੇ ਤੁਸੀਂ ਚੜ੍ਹਾਈ ਕਰ ਗਏ ਫਿਰ ਦਾਦਾ ਜੀ ਤਾਂ ਇੱਥੇ ਹੀ ਰਹਿਣਗੇ, ਤੁਸੀਂ ਫਿਰ ਕੀ ਕਰੋਗੇ। ਮਤਲਬ ਉਹ ਕਹਿੰਦੀ ਕਿ ਮੇਰੇ ਮਨ ਨੂੰ ਇੰਨੀ ਕੁ ਗੱਲ ਟੱਚ ਕਰ ਗਈ ਕਿ ਮੈਂ ਕਿਹਾ ਬੱਚੇ ਮੈਨੂੰ ਦੱਸ ਤਾ ਕਦੋਂ ਛਕਣਾ ਅੰਮ੍ਰਿਤ। ਕਹਿੰਦੀ ਭੱਜਿਆ ਗੁਰਦੁਆਰਾ ਸਾਹਿਬ ਗਿਆ, ਬਾਬਾ ਜੀ ਨੂੰ ਪੁੱਛਿਆ, ਕਹਿੰਦਾ ਦਾਦੀ ਇਸ ਦਿਨ ਅੰਮ੍ਰਿਤ ਛਕਾਣਾ, ਤੁਸੀਂ ਮੇਰੇ ਨਾਲ ਚੱਲਣਾ, ਅੰਮ੍ਰਿਤ ਛਕ ਕੇ ਆਵਾਂਗੀ ਮੈਂ। ਮਤਲਬ ਇੱਦਾਂ ਦੀਆਂ ਐਗਜ਼ਾਮਪਲਸ ਆਉਂਦੀਆਂ ਨੇ ਜਿਹੜੇ ਅਸੀਂ ਖੁਦ ਉਸ ਬੱਚੇ ਦੇ ਅੱਗੇ ਝੁਕ ਜਾਂਦੇ ਹਾਂ ਕਿ ਵੀ ਇੱਕ ਛੋਟੇ ਜਿਹੇ ਬੱਚੇ ਨੇ ਇੱਕ 70-75 ਸਾਲ ਦੀ ਮਾਤਾ ਨੂੰ ਕਿਵੇਂ ਮੋਲਡ ਕਰ ਦਿੱਤਾ। ਕਿ ਇਹ ਹੈਗਾ ਸਾਡਾ ਮਕਸਦ ਕਿ ਇਹਨਾਂ ਨੂੰ ਅਸੀਂ ਇਹੋ ਜਿਹਾ ਬਣਾਉਣਾ ਹੈ ਬਿਲਕੁਲ ਕਿ ਉਹ ਦੂਸਰੇ ਦੇ ਜਾ ਕੇ ਆਪਣਾ ਮੈਸੇਜ ਕਿਵੇਂ ਕਨਵੇ ਕਰਦੇ ਨੇ। ਇੱਕ ਛੋਟਾ ਜਿਹਾ ਬੱਚਾ ਬੋਲ ਰਿਹਾ ਹੈ ਕਿ ਤੁਸੀਂ ਦਾਦਾ ਜੀ ਜੇ ਕੱਲ੍ਹ ਨੂੰ ਤੁਸੀਂ ਚਲੇ ਗਏ ਤਾਂ ਦਾਦਾ ਜੀ ਨੇ ਇੱਥੇ ਰਹਿ ਜਾਣਾ, ਫਿਰ ਤੁਸੀਂ ਕੀ ਕਰੋਗੇ। ਬਿਲਕੁਲ ਵੱਡੀ ਗੱਲ ਹੈ ਜੀ, ਵੱਡੀ ਗੱਲ ਹੈ। ਤੇ ਮੈਮ ਇਹ ਤਾਂ ਹੋ ਗਈ ਆਪਣੀ ਕਹਿ ਲਓ ਵੀ ਅਧਿਆਤਮਕ ਸਿੱਖਿਆ ਵੀ ਹੋ ਗਈ, ਤੇ ਇਹਦੇ ਤੋਂ ਬਿਨਾਂ ਮੈਮ ਆਪਣੇ ਕੋਲੇ ਹੋਰ ਕਿਹੜੀਆਂ ਫੈਸਿਲਿਟੀਜ਼ ਨੇ ਇੱਥੇ ਜਿਹੜੀਆਂ ਬੱਚਿਆਂ ਨੂੰ, ਜਿੱਥੇ ਬੱਚਿਆਂ ਨੂੰ ਕਹਿ ਲਓ ਵੀ ਗਿਆਨ ਦਿੱਤਾ ਜਾਂਦਾ ਹੈ, ਮਤਲਬ ਉਹਨਾਂ ਬਾਰੇ ਵੀ ਸਾਨੂੰ ਦੱਸੋ ਵੀ ਹੋਰ ਕੀ ਇਨਫਰਾਸਟ੍ਰਕਚਰ ਦੇ ਵਿੱਚ ਕੀ ਮੌਜੂਦ ਆ, ਕਲਾਸਾਂ ਬਾਰੇ ਦੱਸ ਦਿਓ ਕੀ ਹੈ। ਹਾਂਜੀ, ਦੇਖੋ ਸਮਾਰਟ ਬੋਰਡਸ ਲੱਗੇ ਆ ਕਲਾਸਿਸ ਦੇ ਵਿੱਚ, ਤੇ ਕੰਪਿਊਟਰ ਲੈਬ ਹੈ। ਬੱਚੇ ਨੂੰ ਜਦੋਂ ਕੰਪਿਊਟਰ ਲੈਬ ਆਪਣੇ ਪ੍ਰੈਕਟੀਕਲੀ ਉਹਨਾਂ ਨੇ ਕਰਨਾ ਤਾਂ ਇੱਕ ਕੰਪਿਊਟਰ ਦੇ ਉੱਪਰ 2 ਬੱਚੇ ਬੈਠੇ ਆ, ਉਹਨਾਂ ਨੂੰ ਪੂਰਾ ਟਾਈਮ ਮਿਲ ਰਿਹਾ ਹੈ। ਤੇ ਇਸੇ ਤਰ੍ਹਾਂ ਲਾਇਬ੍ਰੇਰੀ ਹੈ ਜੀ, ਬੱਚੇ ਨੂੰ ਬੜੀਆਂ ਅੱਛੀਆਂ ਬੁੱਕਸ ਉੱਥੇ ਉਪਲਬਧ ਨੇਗੀਆਂ, ਬੱਚਾ ਬੁੱਕਸ ਪੜ੍ਹ ਸਕਦਾ, ਸਟੋਰੀ ਬੁੱਕਸ ਇਸ਼ੂ ਕਰਵਾਉਂਦੇ ਆ, ਨਾਲ ਲੈ ਕੇ ਜਾਂਦੇ ਆ। ਤੇ ਫਿਰ ਮਿਊਜ਼ਿਕ ਰੂਮ ਹੈ ਜੀ,
ਬੱਚਾ ਉੱਥੇ ਤਬਲਾ ਵੀ ਸਿੱਖ ਰਿਹਾ, ਹਾਰਮੋਨੀਅਮ ਵੀ ਸਿੱਖ ਰਿਹਾ, ਤੇ ਬਾਕੀ ਗੇਮਸ ਨੇ ਬੱਚੇ ਨੈਸ਼ਨਲ ਲੈਵਲ ਤੱਕ ਬੱਚੇ ਫੁੱਟਬਾਲ ਕਬੱਡੀ ਦੀ ਟੀਮ ਸਾਡੀ ਲੜਕੀ ਅਤੇ ਲੜਕੀਆਂ ਦੀ ਵੀ ਹੈ, ਤੇ ਹੁਣ ਹਾਕੀ ਦੀ ਵੀ ਪ੍ਰੈਕਟਿਸ ਕਰ ਰਹੇ ਨੇ ਬੱਚੇ। ਤੇ ਇਸ ਤਰ੍ਹਾਂ ਅਸੀਂ ਸਾਰੀਆਂ ਗੇਮਸ ਜਿਹੜੀਆਂ ਬੱਚੇ ਨੂੰ ਮੈਂ ਇਹ ਨਹੀਂ ਕਹਿੰਦੀ ਕਿ ਬੱਚੇ ਨੂੰ ਅਸੀਂ ਸਾਡੀ ਅਕੈਡਮੀ ਜਿਹੜੀ ਸਪੋਰਟਸ ਅਕੈਡਮੀ ਤਰ੍ਹਾਂ, ਹਾਂ ਅਸੀਂ ਬੱਚੇ ਨੂੰ ਇੰਨੀ ਕੁ ਪ੍ਰੈਕਟਿਸ ਦਿੰਦੇ ਹਾਂ ਕਿ ਬੱਚਾ ਫਿਜ਼ੀਕਲੀ ਫਿੱਟ ਰਹੇ, ਜਿਹੜੀ ਉਹਦੀ એનર્ਜੀ ਆ ਉਹਨੂੰ ਯੂਟੀਲਾਈਜ਼ ਕਰ ਲਵੇ, ਹੈ ਨਾ ਜੀ। ਕਈ ਵਾਰ ਸਾਨੂੰ ਪੇਰੈਂਟਸ ਕਹਿੰਦੇ ਤੁਸੀਂ ਤਾਂ ਇਹਨਾਂ ਨੂੰ ਇੱਕ ਸਕਿੱਲ ਹੀ ਦਿਓ ਜੀ, ਮਤਲਬ ਅਸੀਂ ਸੋਚਦੇ ਹਾਂ ਕਿ ਇੱਕ ਅਕੈਡਮਿਕ ਜਿਹੜੀ ਹੈ ਹਾਥੀ ਦੀ ਪੈੜ ਸਾਰੇ ਪੈੜ ਆ ਜਾਂਦੀਆਂ ਨੇ। ਅਗਰ ਬੱਚੇ ਨੂੰ ਅਸੀਂ ਅਕੈਡਮਿਕਲੀ ਇੰਨਾ ਕਿ ਸਟਰੋਂਗ ਕਰ ਦਾਂਗੇ, ਬਾਕੀ ਜਿਹੜੀਆਂ ਗੇਮਸ ਵਗੈਰਾ ਦੀ ਕੋਈ ਹੈ ਇਹ 'ਚ ਸਪੈਸ਼ਲਿਟੀ ਤਾਂ ਦੇਖੋ ਕੋਚਿੰਗ ਲੈ ਕੇ 2 ਮਹੀਨੇ ਬੱਚਾ ਉਹਨੂੰ ਹਾਸਿਲ ਕਰ ਲੂਗਾ, ਪਰ ਜਿਹੜੀ ਸਾਡੀ ਅਕੈਡਮਿਕ ਨੌਲੇਜ ਹੈ ਇਸ ਨੂੰ ਗੇਨ ਕਰਨ ਵਾਸਤੇ ਸਾਨੂੰ ਐਟਲੀਸਟ ਮਿਨੀਮਮ 3 ਇਅਰਸ ਟਾਈਮ ਚਾਹੀਦਾ। ਤਾਂ ਅਗਰ ਉਹ ਛੁੱਟ ਗਿਆ, ਗੈਪ ਪੈ ਗਿਆ ਵਿੱਚ, ਉਹ ਫਿਰ ਬਿਲਡ ਅਪ ਨਹੀਂ ਹੋਣਾ। ਸਾਡਾ ਫੋਕਸ ਹੁੰਦਾ ਕਿ ਬੱਚਾ ਅਕੈਡਮਿਕਲੀ ਸਟਰੋਂਗ ਰਹੇ, ਅਤੇ ਉਸ ਦੇ ਨਾਲ ਤੇ ਅਸੀਂ ਬੱਚੇ ਨੂੰ ਖੇਡਾਂ ਵਿੱਚ ਵੀ ਮਤਲਬ ਪਾਰਟੀਸਪੇਟ ਕਰਾ ਰਹੇ ਹਾਂ ਜਿੰਨੀ ਕੁ ਜ਼ਰੂਰਤ ਹੈ, ਤਾਂ ਕਿ ਉਹ ਬੱਚੇ ਫਿਜ਼ੀਕਲੀ ਅਤੇ ਮੈਂਟਲੀ ਫਿੱਟ ਰਹਿਣ ਅਤੇ ਆਪਣੀ ਐਨਰਜੀ ਨੂੰ ਯੂਟੀਲਾਈਜ਼ ਕਰ ਲੈਣ। ਸੋ ਇਹ ਸੀ ਅਕਾਲ ਅਕੈਡਮੀ ਮਹਿਲ ਕਲਾਂ ਬਾਰੇ ਅੱਜ ਦਾ ਪ੍ਰੋਗਰਾਮ, ਜਿਹਦੇ ਵਿੱਚ ਜਾਣਿਆ ਕਿ ਕਿੱਦਾਂ ਅਕੈਡਮੀ ਆਸੇ-ਪਾਸੇ ਦੇ ਪਿੰਡਾਂ ਵਿੱਚ ਸਿੱਖੀ ਅਤੇ ਸਿੱਖਿਆ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਆ। ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੋ ਕਲਗੀਧਰ ਟਰੱਸਟ ਬੜੂ ਸਾਹਿਬ ਨਾਲ ਸਹਿਯੋਗ ਦੇ ਰਹੇ ਹੋ। ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਵੇਖਦੇ ਰਹੋ ਜਸ ਪੰਜਾਬੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।